ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 13 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਆਪ ਸਭ ਦੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਰੇਡੀਓ ਇੰਡੀਆ ਦੇ ਪ੍ਰੋਗਰਾਮ ਦੁਨੀਆ ਭਰ ਚ ਤੁਸੀਂ ਸੁਣ ਸਕਦੇ ਹੋ radioindia.ca ਤੇ US ਤੇ ਕੈਨੇਡਾ ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 604-592-9191। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਆ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਜੋ ਆ ਉਹ ਸ਼ੁਰੂ ਕਰਦੇ ਹਾਂ। ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਜੀ ਇਸੇ ਚੀਜ਼ ਤੋਂ। ਹਾਂਜੀ BC ਦੇ ਵਿੱਚ ਜੀ। ਤੇ ਹੁਣ ਥੋੜੇ ਜਿਹੇ ਦਿਨ ਪਹਿਲਾਂ ਹੀ BC ਸਰਕਾਰ ਨੇ ਇੱਕ ਨਵੀਂ ਘੋਸ਼ਣਾ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਅਪ੍ਰੈਲ ਦਾ ਮੰਥ ਹੈ ਇਹਨੂੰ ਦਲਿਤ ਹੈਰੀਟੇਜ ਮੰਥ ਜਾਂ ਦਲਿਤ ਹਿਸਟਰੀ ਮੰਥ ਦੇ ਤੌਰ ਤੇ ਮਨਾਉਣ ਦਾ ਡਿਕਲੇਅਰ ਕੀਤਾ ਉਹਨਾਂ ਨੇ ਜੀ। ਉਹਨਾਂ ਨੇ ਜਿਹੜਾ ਦਲਿਤ ਸ਼ਬਦ ਆ ਇਹ ਯੂਜ਼ ਕੀਤਾ ਜੀ, ਜਦੋਂ ਕਿ ਈਵਨ ਇੰਡੀਆ ਦੇ ਸੰਵਿਧਾਨ ਦੇ ਵਿੱਚ ਵੀ ਦਲਿਤ ਸ਼ਬਦ ਆਪਾਂ ਯੂਜ਼ ਨਹੀਂ ਕਰ ਸਕਦੇ। ਉੱਥੇ ਵੀ ਅਨੁਸੂਚਿਤ ਜਾਤੀ ਜਾਂ ਫਿਰ ਸ਼ਡਿਊਲ ਕਾਸਟ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਆ ਜੀ। ਤੇ ਤੁਸੀਂ ਇਹ ਜਿਹੜੀ ਸਾਰੀ ਚੀਜ਼ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਥੇ ਸਾਡੀ ਗਿਣਤੀ ਹੈ, ਸਾਡਾ ਸਿੱਖ ਹੈਰੀਟੇਜ ਦਾ ਮਤਲਬ ਹੈ ਕੁਛ ਜੀ। ਦੂਸਰੀ ਗੱਲ ਹੈਗੀ ਆ ਕਿ ਇਹ ਇੱਕ ਕੁਆਲਿਟੀ ਦੀ ਗੱਲ ਹੈ ਜਿਹੜੀ ਕਿ ਕੈਨੇਡਾ ਦੀਆਂ ਵੈਲਿਊਜ਼ ਅਸੀਂ ਕਹਿੰਦੇ ਆ ਨਾ, ਸਾਡੇ ਮੁਲਕ ਦੀਆਂ ਕਦਰਾਂ ਕੀਮਤਾਂ, ਉਹ ਸਿੱਖਿਜ਼ਮ ਦੇ ਨਾਲ ਸਹਿਮਤ ਹੈ। ਸਿੱਖਿਜ਼ਮ ਤੇ ਇਹ ਕਹਿਣਾ ਕਿ ਕਿਸੇ ਵੀ ਇਨਸਾਨ ਦੇ ਵਿੱਚ ਊਚ ਨੀਚ ਨਹੀਂ ਹੁੰਦੀ। ਸਿੱਖਿਜ਼ਮ ਸ਼ੁਰੂ ਹੀ ਇੱਥੋਂ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਆਵਾਜ਼ ਇਹੀ ਉਠਾਈ ਹੈ ਕਿ ਏਕ ਨੂਰ ਤੇ ਸਭ ਜਗ ਉਪਜੈ ਕੋ ਭਲੇ ਕੋ ਮੰਦੇ ਜੀ। ਜੇ ਉਹ ਰੱਬ ਨੇ ਹੀ ਉਹ ਬਣਾਏ ਆ ਸਾਰੇ ਇਨਸਾਨ, ਤੇ ਉਹਨਾਂ ਦੇ ਵਿੱਚੋਂ ਮੰਦੇ ਕੌਣ ਹੋ ਸਕਦੇ, ਚੰਗੇ ਕੌਣ ਹੋ ਸਕਦੇ? ਇਹ ਤਾਂ ਤੁਹਾਡੇ ਅਮਲਾਂ ਦੇ ਨਾਲ ਹੁੰਦੇ ਨਾ। ਹਾਂਜੀ, ਤੁਸੀਂ ਕੀ ਕਰਦੇ ਆ ਇੱਥੇ ਆ ਕੇ, ਉਹਦੇ ਨਾਲ ਤੁਸੀਂ ਚੰਗੇ ਜਾਂ ਮਾੜੇ ਬਣਦੇ ਆ ਜੀ। ਫਿਰ ਉਹਨਾਂ ਨੇ ਹੋਰ ਗੱਲਾਂ ਕੀਤੀਆਂ ਕਿ ਰਾਈਟਸ ਐਂਡ ਰਿਚੁਅਲਸ, ਆਪਣੇ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ, ਨਹਾਉਂਦਾ ਫਿਰੇ ਤੀਰਥਾਂ ਨੂੰ ਤੇਰੇ ਅੰਦਰੋਂ ਮੈਲ ਨਾ ਜਾਵੇ। ਉਹਨਾਂ ਨੇ ਅੰਦਰ ਦੀ ਮੈਲ ਦੀ ਗੱਲ ਕੀਤੀ ਹੈ ਕਿ ਲੋਕਾਂ ਨੇ ਜੇ ਤੁਸੀਂ ਆਤਮਾ ਨੂੰ ਪਰਮਾਤਮਾ ਨਾਲ ਮਨਾਉਣਾ ਹੈ ਤਾਂ ਫਿਰ ਤੁਹਾਨੂੰ ਅੰਦਰਲੀ ਸ਼ੁੱਧੀ ਕਰਨੀ ਪੈਂਦੀ ਹੈ, ਬਾਹਰਲੀ ਸ਼ੁੱਧੀ ਨਾਲ ਨਹੀਂ ਹੋਣਾ ਜੀ। ਤੁਸੀਂ ਇਹ ਬਾਹਰੋਂ ਨਹਾ ਲੈਂਦੇ ਆ, ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਰੂਹ ਸਾਫ਼ ਹੋ ਗਈ ਹੈ। ਤੁਸੀਂ ਭਾਵੇਂ ਗੰਗਾ ਜਾ ਕੇ ਨਹਾਓ, ਭਾਵੇਂ ਜਾ ਕੇ ਤੁਸੀਂ ਗਿਆ ਜਾ ਕੇ ਨਹਾਓ, ਜਿਹੜੀ ਅੰਦਰੂਨੀ ਮੈਲ ਆ ਉਹ ਉੱਥੇ ਹੀ ਆ ਜੀ। ਫਿਰ ਤੀਸਰੀ ਗੱਲ ਉਹਨਾਂ ਦੇ ਸੀਗੀ ਕਿ ਇੱਕ ਇਨਸਾਨ ਦੀ ਜੇ ਉਹਨਾਂ ਦੀ ਆਤਮਾ ਨੇ ਪਰਮਾਤਮਾ ਨੂੰ ਮਿਲਣਾ, ਉਹਦੇ ਨਾਲ ਸਿੱਧਾ ਤਾਲੁਕਾਤ ਕਰਨੀ। ਉਹਨਾਂ ਨੂੰ ਪੰਡਤਾਂ ਤੇ ਮੌਲਵੀਆਂ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਇਹੀ ਦੱਸਦੇ ਸੀ ਪੁਰਾਣੇ ਜਿਹੜੇ ਪ੍ਰੀਸਟ ਦੀ ਕਾਸਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਪਹਿਲਾਂ ਸਾਤੋਂ ਆਓ, ਜਿੱਦਾਂ ਇਹ ਇੰਸ਼ੋਰੈਂਸ ਏਜੰਟ ਨਹੀਂ ਹੁੰਦੇ ਵੀ ਅਸੀਂ ਰੱਬ ਦੇ ਏਜੰਟ ਹਾਂ। ਹਾਂਜੀ, ਸਾਡੇ ਕੋਲ ਆਓਗੇ, ਸਾਨੂੰ ਖਾਣਾ ਪੀਣਾ ਦਿਓਗੇ, ਸਾਨੂੰ ਕੱਪੜੇ ਦਿਓਗੇ, ਫਿਰ ਅਸੀਂ ਤੁਹਾਨੂੰ ਰੱਬ ਕੋਲੋਂ ਸਿਫਾਰਿਸ਼ ਪਾਵਾਂਗੇ। DC ਦੇ ਕੋਲ ਜਾ ਕੇ ਗੱਲ ਕਰਨ ਵਾਲੇ ਇਹ ਆ। ਉਹਨਾਂ ਨੇ ਇਹ ਕਿਹਾ ਨਹੀਂ, ਜਿਹੜਾ ਇੱਕ ਇਨਸਾਨ ਆ, ਜਿਹਨੇ ਉਹਨੂੰ ਬਣਾਇਆ, ਉਹਦੇ ਨਾਲ ਸਿੱਧੀ ਗੱਲਬਾਤ ਕਰ ਸਕਦਾ, ਉਹਦੇ ਨਾਲ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਸਕਦਾ। ਉਹਦੇ ਵਿੱਚ ਵਿਚਾਲੇ ਦੀ ਕਿਸੇ ਦੀ ਲੋੜ ਨਹੀਂ ਹੈ, ਕਿਸੇ ਗਿਆਨੀ ਦੀ, ਕਿਸੇ ਅਗਿਆਨੀ ਦੀ, ਕਿਸੇ ਗ੍ਰੰਥੀ ਦੀ ਲੋੜ ਨਹੀਂ ਹੈ। ਅਸੀਂ ਸ਼ਬਦ ਗਲਤ ਯੂਜ਼ ਕਰਦੇ ਹਾਂ, ਗਿਆਨੀ। ਐਕਚੁਅਲੀ ਬਹੁਤੇ ਤਾਂ ਇਹਨਾਂ 'ਚੋਂ ਅਗਿਆਨੀ ਹੁੰਦੇ ਆ ਜੀ। ਉਹ ਚਲੋ ਦਗਾ ਲਗਾਇਆ ਬੰਦਿਆਂ ਦਾ, ਉਹ ਸੂਤ ਲਾਇਆ ਬੰਦਿਆਂ ਨੇ, ਤੇ ਉਹ ਰਾਈਟਸ ਐਂਡ ਰਿਚੁਅਲਸ ਜਿਹੜੇ ਦੱਸਦੇ ਆ ਨਾ, ਉਹਨਾਂ ਨੂੰ ਫਾਲੋ ਕਰਨ ਵਾਲੇ ਆ। ਅੱਛਾ, ਫਿਰ ਅਸੀਂ ਲੈ ਜਾਂਦੇ ਹਾਂ ਸਿੱਖਿਜ਼ਮ ਦੀ ਗੱਲ ਕਰਦੇ ਹਾਂ। ਸ਼ੁਰੂਆਤ 5ਵੇਂ ਗੁਰੂ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ।
ਉਹਨਾਂ ਨੇ ਇਹ ਨਹੀਂ ਦੇਖਿਆ, ਉਹਨਾਂ ਨੇ ਦੇਖਿਆ ਕਿ ਜਿਹੜੇ ਵਿਚਾਰ ਹੈ ਗੁਰੂ ਸਾਹਿਬਾਨ ਦੇ ਨਾਲ, ਉਹਨਾਂ ਦੇ ਨਾਲ ਵਿਚਾਰ ਹੋਰਨਾਂ ਦੇ ਕਿਹੜੇ ਮਿਲਦੇ ਆ। ਹਾਂਜੀ, ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਕਾਲ ਦਿੱਤੀ ਸੀ ਐਕਚੁਅਲੀ ਕਿ ਵੱਖ-ਵੱਖ ਰਾਈਟਰ ਜਿਹੜੇ ਆ ਉਹ ਆਪਣੀ ਬਾਣੀ ਭੇਜਣ। ਉਹਨਾਂ ਨੇ ਇਹ ਨਹੀਂ ਦੇਖਿਆ ਕਿਸੇ ਦੀ ਜ਼ਾਤ ਕੀ ਆ, ਕਿਸੇ ਦਾ ਧਰਮ ਕੀ ਆ, ਚਾਹੇ ਉਹ ਬਾਬੇ ਫਰੀਦ ਦੀ ਬਾਣੀ ਹੋਵੇ, ਕਬੀਰ ਦੀ ਬਾਣੀ ਹੋਵੇ, ਨਾਮਦੇਵ ਦੀ ਬਾਣੀ ਹੋਵੇ, ਰਵਿਦਾਸ ਦੀ ਬਾਣੀ ਹੋਵੇ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਹਿੰਦੂ ਆ ਕਿ ਮੁਸਲਮਾਨ ਹੈ, ਇਹ ਉੱਚ ਜਾਤ ਦਾ ਨੀਚ ਜਾਤ ਦਾ ਹੈ, ਕਿਸੇ ਦਾ ਨਾਂ ਨਹੀਂ ਲਿਆ। ਉਹਨਾਂ ਨੇ ਭਗਤਾਂ ਦੀ ਬਾਣੀ ਕਿਹਾ। ਹਾਂਜੀ, ਤਾਂ ਉਹਨੂੰ ਅਸੀਂ ਮੱਥਾ ਟੇਕਦੇ। ਹਾਂਜੀ, ਇੱਕ ਸਿੱਖ ਨੂੰ ਮੱਥਾ ਟੇਕਣਾ ਸਾਰੇ ਧਰਮਾਂ ਦੀ, ਸਾਰੇ ਜ਼ਾਤਾਂ ਦੀ, ਜਿਹੜੇ ਵੀ ਭਗਤ ਹੋਏ ਆ, ਜਿਹੜੇ ਵੀ ਗੁਰੂ ਹੋਏ ਆ, ਤੇ ਇਹ ਇੱਕ ਵੱਡੀ ਗੱਲ ਹੈ ਕਿ ਅਸੀਂ ਸਤਿਕਾਰਦੇ ਹਾਂ। ਜਦੋਂ ਕਈ ਪ੍ਰਚਾਰਕ ਮੈਂ ਸੁਣਦਾ ਨਾ ਗੁਰਦੁਆਰਿਆਂ ਦੇ ਵਿੱਚ ਜਾ ਕੇ, ਉਹ ਘੰਟੇ ਦੇ ਵਿੱਚੋਂ 45 ਮਿੰਟ ਤਾਂ ਲਾਉਂਦੇ ਦੂਜਿਆਂ ਨੂੰ ਭੰਡਣ ਲਈ। ਹਾਂਜੀ, ਉਹਨਾਂ ਨੇ ਪਤਾ ਨਹੀਂ ਕਿਹੜੀ ਬਾਣੀ ਪੜ੍ਹੀ ਹੁੰਦੀ। ਮੈਂ ਸੋਚਦਾ ਕਿ ਜਿਹੜੀ ਅਸੀਂ ਪੜ੍ਹੀ ਆ ਉਹ ਤਾਂ ਹੈ ਨਹੀਂ ਆਹ ਗੱਲਾਂ ਜਿਹੜੀਆਂ ਇਹ ਦੱਸਣ ਲੱਗੇ ਆ, ਪਰ ਅਸੀਂ ਤਾਂ ਮੱਥਾ ਟੇਕਦੇ ਹਾਂ। ਹਾਂਜੀ, ਅਸੀਂ ਹਰ ਇੱਕ ਧਰਮ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਸਤਿਕਾਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਤੇ ਹੁਣ ਆ ਗਿਆ ਸ਼ਬਦ ਜਿਹੜਾ, ਇਹ ਪੋਲੀਟੀਕਲ ਗੱਲ ਹੈ, ਜਿਹੜੀ ਸ਼ਬਦ ਦਲਿਤ ਮੰਥ ਵੀ ਨਾਲ ਲਿਆਉਣਾ। ਇਹ ਸਿੱਖ ਹੈਰੀਟੇਜ ਮੰਥ ਦੇ ਖਿਲਾਫ ਕਿਸੇ ਨੇ ਜ਼ਹਿਰ ਉਗਲਿਆ, ਤਾਂ ਉਹ ਖਾਸ ਜ਼ਹਿਰ ਉਗਲਿਆ ਇੱਥੇ ਰਚਨਾ ਸਿੰਘ ਨੇ, ਜਿਹੜੀ ਕਿ ਇੱਥੇ ਸਾਡੇ ਜਿੱਥੇ ਅਸੀਂ ਬੈਠੇ ਇਹਦੀ MLA। ਉਹ ਹੁਣ ਉਹਨੇ ਜ਼ਾਤ ਪਾਤ ਦਾ ਇਸ਼ੂ ਲੈ ਕੇ ਆਂਦੀ ਹੈ ਕੈਨੇਡਾ ਦੇ ਵਿੱਚ, ਤੇ ਉਹਦੇ ਨਾਲ ਜੌਨ ਹੌਰਗਨ ਨੂੰ ਕਨਵਿੰਸ ਕਰਾਇਆ। ਜੌਨ ਹੌਰਗਨ ਵੀ ਉਹਦੇ ਵਿੱਚ ਓਨਾ ਹੀ ਭਾਈਵਾਲ ਹੈ ਜਿੰਨੀ ਰਚਨਾ ਸਿੰਘ ਹੈ। ਹੁਣ ਜੇ ਇੰਡੀਆ ਦੇ ਵਿੱਚ ਸ਼ਬਦ ਦੇਖਦੇ ਹਾਂ, ਹਾਂਜੀ, ਇੰਡੀਆ ਦੇ ਵਿੱਚ ਜਿਹੜਾ ਤੁਸੀਂ ਕਿਹਾ ਸੀ ਹਾਈ ਕੋਰਟ ਨੇ, ਮੁੰਬਈ ਦੀ ਹਾਈ ਕੋਰਟ ਨੇ ਤਾਂ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਜੀ ਇਹ ਹਦਾਇਤਾਂ ਦਿੱਤੀਆਂ ਸੀ ਕਿ ਦਲਿਤ ਸ਼ਬਦ ਨਹੀਂ ਵਰਤਣਾ। ਹਾਂਜੀ, ਕਿਉਂਕਿ ਇਹਦੇ ਨਾਲ ਤੁਸੀਂ ਇੱਕ ਆਇਡੈਂਟੀਟੀ ਬਣਾਉਂਦੇ ਆ ਕਿਸੇ ਦੀ। ਹਾਂਜੀ, ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਸ਼ਬਦ ਵਰਤੇ ਹੋਣੇ, ਜਾਤੀ ਸੂਚਕ ਵਰਤਦੇ ਸੀ ਅਸੀਂ। ਹਾਂਜੀ, ਫਿਰ ਇੱਕ ਜ਼ਮਾਨਾ ਸੀ ਜਦੋਂ ਹਰੀਜਨ ਬਣਾਤਾ ਉਹਨਾਂ ਨੂੰ, ਉਹ ਵੀ ਕਿਸੇ ਨੇ ਉਹ ਵੀ ਨਾਂ ਹੀ ਬਦਲਿਆ, ਉਹਨਾਂ ਦਾ ਸਟੇਟਸ ਤਾਂ ਨਹੀਂ ਬਦਲਿਆ ਜੀ। ਤੇ ਹਰੀਜਨ ਤੋਂ ਬਾਅਦ ਫਿਰ ਦਲਿਤ ਬਣਾਤਾ। ਤੇ ਇੰਡੀਅਨ ਗਵਰਨਮੈਂਟ ਨੇ ਐਕਚੁਅਲੀ ਸਰਕੂਲਰ ਕੱਢਿਆ ਇੱਕ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਕਿ ਦੱਸਿਆ ਲੋਕਾਂ ਮੀਡੀਆ ਨੂੰ ਕਿ ਤੁਸੀਂ ਦਲਿਤ ਸ਼ਬਦ ਨਹੀਂ ਵਰਤਣਾ। ਹਾਂਜੀ, ਹੁਣ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਦੋਂ ਪ੍ਰਧਾਨ ਬਣਾਇਆ, CM ਬਣਾਇਆ ਉਹਨਾਂ ਨੂੰ। ਹਾਂਜੀ, ਅਸੀਂ ਆਮ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਨੇਤਾ, ਹਾਂਜੀ, ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਨੇਤਾ ਜੀ, ਤੇ ਚਰਨਜੀਤ ਸਿੰਘ ਚੰਨੀ ਕਿਉਂ ਦਲਿਤ ਹੈ? ਹਾਂਜੀ, ਉਹ ਵੀ ਤਾਂ ਕਾਂਗਰਸ ਦੇ ਨੇਤਾ ਹੀ ਹੈ ਜੀ। ਬਿਲਕੁਲ, ਚਰਨਜੀਤ ਸਿੰਘ ਚੰਨੀ ਇੱਕ ਮੁੱਖ ਮੰਤਰੀ ਹੈ, ਉਹਨਾਂ ਨੇ BA ਕੀਤੀ, ਉਹਨਾਂ ਨੇ LLB ਕੀਤੀ ਆ, ਉਹਨਾਂ ਦੀ ਜੇ ਯੋਗਤਾ ਨਾਲ ਲਿਖਣੀ ਆ ਤੁਸੀਂ, ਤੇ ਇਹ ਦਲਿਤ ਸ਼ਬਦ ਕਿਉਂ ਯੂਜ਼ ਕਰਨਾ ਤੁਸੀਂ? ਹਾਂਜੀ, ਇੱਥੇ ਕੈਨੇਡਾ ਦੇ ਵਿੱਚ ਆਹ ਸਾਡੇ ਪਹਿਲਾਂ ਜਦੋਂ ਅਸੀਂ ਆਏ ਆ, ਮੈਂ ਸਕੂਲੇ ਜਾਂਦਾ ਹੁੰਦਾ ਸੀ, ਉਦੋਂ ਸਾਨੂੰ ਹਿੰਦੂ ਕਹਿ ਕੇ ਗਾਲਾਂ ਕੱਢਦੇ ਹੁੰਦੇ ਸੀ, ਹਿੰਦੂ ਆ, ਹਿੰਦੂ ਆ। ਅੱਛਾ, ਕੋਈ ਸ਼ਬਦ ਹੀ ਬਦਲਿਆ ਸਾਨੂੰ। ਉਸ ਤੋਂ ਬਾਅਦ ਇੰਡੋ ਕੈਨੇਡੀਅਨ ਸ਼ਬਦ ਜ਼ਿਆਦਾ ਪਪੂਲਰ ਹੋ ਗਿਆ। ਫਿਰ ਹੁਣ ਸਾਊਥ ਏਸ਼ੀਅਨ ਕਹਿੰਦੇ ਸਾਨੂੰ ਜੀ। ਅੱਛਾ, ਅਸੀਂ ਤਾਂ ਪਹਿਲੀ ਜਨਰੇਸ਼ਨ ਹੈ, ਮੈਨੂੰ ਕੋਈ ਮਾਈਂਡ ਨਹੀਂ ਹੈ, ਮੈਨੂੰ ਕੋਈ ਸਾਊਥ ਏਸ਼ੀਅਨ ਕਹੀ ਜਾਂਦਾ। ਮੈਂ ਐਕਚੁਅਲੀ ਸਾਊਥ ਏਸ਼ੀਆ ਦਾ ਬੰਦਾ, ਪਰ ਜਿਹੜੇ ਮੇਰੇ ਬੱਚੇ ਆ ਜਿਹੜੇ ਇੱਥੇ ਜੰਮੇ ਪਲੇ ਆ ਉਹ ਵੀ ਸਾਊਥ ਏਸ਼ੀਅਨ ਨਹੀਂ। ਇਹਨਾਂ ਨੇ ਕਦੋਂ ਅਨਹਾਈਫਨੇਟਡ ਕੈਨੇਡੀਅਨ ਬਣਨਾ ਹੈ? ਜੌਨ ਹੌਰਗਨ ਕੈਨੇਡੀਅਨ ਹੈ ਬਸ, ਜਸਟਿਨ ਟਰੂਡੋ ਕੈਨੇਡੀਅਨ ਹੈ, ਅਸੀਂ ਸਾਊਥ ਏਸ਼ੀਅਨ ਹੈ। ਸਾਡੀ ਸੈਕੰਡ ਜਨਰੇਸ਼ਨ ਵੀ ਸਾਊਥ ਏਸ਼ੀਅਨ ਹੈ, ਸਾਡੀ ਥਰਡ ਜਨਰੇਸ਼ਨ ਵੀ ਸਾਊਥ ਏਸ਼ੀਅਨ ਹੈ। ਸੋ ਇਸੇ ਕਰਕੇ ਇਹ ਜਿਹੜੇ ਸ਼ਬਦ ਯੂਜ਼ ਕਰਦੇ ਆ ਉਹ ਦਲਿਤ ਹੈ, ਬਾਕੀ ਦੇ ਸਾਰੇ ਕਾਂਗਰਸ ਨੇਤਾ ਆ, ਪੰਜਾਬੀ ਆ, ਇੰਡੀਅਨ ਆ, ਹਿੰਦੁਸਤਾਨੀ ਆ, ਉਹ ਕਿਉਂ ਦਲਿਤ ਹੈ? ਤੇ ਰਚਨਾ ਸਿੰਘ ਵੱਲੋਂ ਇੱਥੇ ਲਿਆ ਕੇ ਜ਼ਾਤ ਪਾਤ ਦੀ ਇਸ਼ੂ ਉਠਾਉਣੀ ਤੇ ਇੱਕ ਸ਼ਬਦ ਯੂਜ਼ ਕਰਨਾ, ਇੱਕ ਤਾਂ ਸਿੱਧਾ ਹੀ ਸਿੱਖ ਹੈਰੀਟੇਜ। ਤੁਸੀਂ ਪਿਛਲੇ ਸਾਲ ਦੀ ਗੱਲ ਕਰਦੇ ਸੀ, ਪਿਛਲੇ ਸਾਲ 14 ਅਪ੍ਰੈਲ ਨੂੰ
ਡਾਕਟਰ ਅੰਬੇਦਕਰ ਦਾ ਜਨਮ ਮਨਾਉਣ ਲਈ ਸਰਕਾਰ ਨੇ ਕਿਹਾ ਸੀ ਇਕੁਆਲਿਟੀ ਡੇ ਆ। ਹਾਂਜੀ, ਬਰਾਬਰਤਾ ਦਾ ਗੱਲ। ਜੀ ਜੀ, ਚੰਗੀ ਗੱਲ। ਹਾਂਜੀ, ਵੈਸੇ ਸਿੱਖੀਜ਼ਮ ਦੇ ਵਿੱਚ ਰਚਨਾ ਸਿੰਘ ਮੈਨੂੰ ਦੱਸ ਦੇਵੇ, ਇਹਦੇ ਵਿੱਚ ਇਕੁਆਲਿਟੀ ਦੇ ਖਿਲਾਫ ਕੋਈ ਗੱਲ ਹੈਗੀ? ਸਿਰਫ ਇੱਕ ਧਰਮ ਹੈ, ਚਲੋ ਸਾਡੀ ਪ੍ਰੈਕਟਿਸ ਉਹ ਨਹੀਂ ਹੈ ਜਿਹਦੇ ਵਿੱਚ ਲਿਖਿਆ ਹੈ ਔਰਤਾਂ ਦੀ ਬਰਾਬਰਤਾ ਹੋਣੀ ਚਾਹੀਦੀ ਹੈ। ਕਿਸੇ ਧਰਮ ਦੇ ਵਿੱਚ, ਆਪਣੀ ਕਿਤਾਬ ਦੇ ਵਿੱਚ, ਆਪਣੇ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਹੈ। ਇਹ ਸਿਰਫ ਸਿੱਖੀਜ਼ਮ ਦੇ ਵਿੱਚ ਲਿਖਿਆ ਹੈ। ਹਾਂਜੀ, ਬਰਾਬਰਤਾ ਉਹਦੇ ਵਿੱਚ, ਉਹ ਹੈਰੀਟੇਜ ਦੇ ਵਿੱਚ ਸਭ ਦੀ ਬਰਾਬਰਤਾ ਹੈ। ਜੇ ਤੁਸੀਂ ਉਹ ਇਕੁਆਲਿਟੀ ਡੇ ਮਨਾਇਆ ਸੀ, ਉਹਨੂੰ ਇਕੁਆਲਿਟੀ ਮੰਥ ਕਰ ਦਿਓ। ਜੀ ਬਿਲਕੁਲ। ਅੱਜ ਪਿਛਲੇ ਸਾਲ ਉਹ ਇਕੁਆਲਿਟੀ ਡੇ ਸੀ, ਅੱਜ ਉਹ ਦਲਿਤ ਬਣ ਗਏ ਜੀ। ਇਹ ਇਦੋਂ ਘਟੀਆ ਰਾਜਨੀਤੀ ਨਹੀਂ ਖੇਡੀ ਜਾ ਸਕਦੀ। ਔਰ ਮੈਨੂੰ ਇਸ ਗੱਲ ਤੇ ਬੜਾ ਸ਼ਰਮ ਆਉਂਦੀ ਹੈ ਕਿ 5 ਹੋਰ ਬੰਦੇ ਬੈਠੇ ਸਾਡੇ ਉੱਤੇ। ਹਾਂਜੀ, ਉਹ ਬੋਲੇ ਹੀ ਨਹੀਂ, ਚੁੱਪ ਕਰਕੇ ਬੈਠੇ। ਉਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਸੀ। ਉਹ ਕਾਕਸ ਦੇ ਮੈਂਬਰ ਆ, ਇਹਨਾਂ ਨੇ ਸਰਕਾਰ ਵੱਲੋਂ ਕੀਤੀ ਹੈ, ਸਾਡੇ ਮਿਨਿਸਟਰ ਬੈਠੇ ਆ ਉੱਥੇ। ਹਾਂਜੀ, ਇਹ ਉਸ ਕੈਬਨਿਟ ਦੇ ਵਿੱਚ ਡਿਸੀਜਨ ਲਈ ਹੋਣੀ ਆ। ਤੁਸੀਂ ਕਹੋ ਇਹ ਨਹੀਂ ਪੜ੍ਹਦੇ ਖਬਰਾਂ, ਇਹ ਵੀ ਤਾਂ ਹਿੰਦੁਸਤਾਨ ਦੀਆਂ ਪੜ੍ਹਦੇ ਹੀ ਆ। ਹਾਂਜੀ, ਹਿੰਦੁਸਤਾਨ ਨੇ ਬੰਦ ਕੀਤਾ। ਹਾਂਜੀ, ਉੱਥੇ ਮਨਾਹੀ ਹੈ ਇਸ ਸ਼ਬਦ ਦੀ। ਇਸ ਸ਼ਬਦ ਦੀ ਮਨਾਹੀ ਆ। ਮੈਨੂੰ ਯਾਦ ਹੈ ਜਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਨਾਂ ਦੇ ਨਾਲ ਦਲਿਤ ਲਾਇਆ ਜਾਂਦਾ ਸੀ, ਹਾਂਜੀ, ਉਹਨਾਂ ਨੇ ਆਬਜੈਕਸ਼ਨ ਲਾਇਆ। ਹਾਂਜੀ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਕਿ ਮੈਂ ਦਲਿਤ ਨਹੀਂ ਹਾਂ। ਹਾਂ, ਸ਼ਡਿਊਲ ਕਾਸਟ, ਸਕੈਜੂਅਲ ਕਾਸਟ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਹੈ ਨਾ ਜੀ, ਸਕੈਜੂਅਲ ਕਾਸਟ ਦੇ ਵਿੱਚ ਉਹ ਕਾਸਟ ਦੇ ਲਿਖਿਆ ਆ ਉਹਨਾਂ ਨੇ। ਜੇ ਤੁਸੀਂ ਸ਼ਬਦ ਯੂਜ਼ ਕਰਨਾ, ਸੰਵਿਧਾਨਕ ਸ਼ਬਦ ਉਹ ਆ। ਹਾਂਜੀ, ਦਲਿਤ ਨਹੀਂ ਮੈਂ ਚਰਨਜੀਤ ਸਿੰਘ ਚੰਨੀ ਆ, ਮੈਂ ਪੰਜਾਬੀ ਆ ਜੀ, ਮੈਂ ਹਿੰਦੁਸਤਾਨੀ ਆ, ਮੈਂ ਇੱਕ ਚੀਫ ਮਿਨਿਸਟਰ ਹਾਂ। ਅਸੀਂ ਵੀ ਇੱਥੇ ਕੈਨੇਡੀਅਨ ਆ, ਸਾਊਥ ਏਸ਼ੀਅਨ ਨਹੀਂ ਜੀ। ਜੌਨ ਹਾਰਗਨ ਨੂੰ ਸਾਊਥ ਏਸ਼ੀਅਨ ਲੱਗਦੇ ਹੋਵਾਂਗੇ ਅਸੀਂ। ਚਲੋ ਮੈਂ ਪਹਿਲੀ ਜਨਰੇਸ਼ਨ ਹਾਂ, ਮੈਂ ਤਾਂ ਸਾਊਥ ਏਸ਼ੀਆ ਤੋਂ ਹੀ ਆਇਆ ਨਾ। ਸਾਡੇ ਵਰਗੇ, ਮੇਰੇ ਵਰਗੇ ਹੋਰ ਵੀ ਹੋਣੇ ਆ। ਜਿਹੜੇ ਬੱਚੇ ਇੱਥੇ ਦੇ ਜੰਮ ਪਾ ਲਿਆ, ਇੱਥੇ ਸਰੀ ਮੈਮੋਰੀਅਲ ਜੰਮੇ ਆ, ਉਹ ਕਿੱਥੋਂ ਸਾਊਥ ਏਸ਼ੀਅਨ ਬਣ ਗਏ? ਉਹਨਾਂ ਨੂੰ ਤਾਂ ਇੰਡੀਆ ਲੈ ਕੇ ਜਾਂਦੇ, ਇੰਡੀਆ ਦਾ ਪਤਾ ਹੀ ਨਹੀਂ ਲੱਗਦਾ। ਪਾਕਿਸਤਾਨ ਲੈ ਕੇ ਚਲ ਜਾਓ, ਉਹਨਾਂ ਨੂੰ ਪਾਕਿਸਤਾਨ ਦਾ ਨਹੀਂ ਪਤਾ ਲੱਗਦਾ। ਔਰ ਉੱਥੋਂ ਫਿਰ ਪੁੱਛਦੇ ਆ ਉਹ ਵੀ ਚੱਲੀਏ ਹੁਣ ਜੀ, ਹੈ ਨਾ। ਉਹਨਾਂ ਨੂੰ ਉਹ ਕੈਨੇਡੀਅਨ ਬਣ ਗਏ ਜਾਂ ਨਹੀਂ ਬਣ ਗਏ, ਕਿਹੜੀ ਜਨਰੇਸ਼ਨ ਦੇ ਵਿੱਚ? ਜੌਨ ਡੀਫਨਬੇਕਰ ਨੇ ਇੱਕ ਵਾਰ ਸੈਂਸਸ ਦੇ ਵਿੱਚ ਕਹਾਇਆ ਸੀ 61 ਦੇ ਵਿੱਚ। ਉਸ ਤੋਂ ਵੱਧ ਕਿਸੇ ਲੀਡਰ ਦੀ ਅਜੇ ਤੱਕ ਹਿੰਮਤ ਨਹੀਂ ਪਈ, ਜਿਨ੍ਹਾਂ ਦੇ ਵਿੱਚ ਪੰਜਾਬੀ ਬੰਦੇ ਵੀ ਆਏ ਆ ਮੁੜ ਮੁੜ ਕੇ। ਕਿਸੇ ਇੱਕ ਬੰਦੇ ਨੇ ਕਿਹਾ ਕਿ ਅਨਹਾਈਫਨੇਟਡ ਬੰਦੇ ਹੋਣੇ ਚਾਹੀਦੇ ਇੱਥੇ। ਉਹਨਾਂ ਨੇ ਕਿਹਾ ਸੀ ਸੈਂਸਸ ਵਾਲਿਆਂ ਨੂੰ ਕਿ ਤੁਸੀਂ ਰਿਕਾਰਡਿੰਗ ਜਦੋਂ ਕਰਨੀ ਆ, ਇਹ ਨਹੀਂ ਕਰਨੀ ਕਿ ਜਰਮਨ ਕੈਨੇਡੀਅਨ ਆ ਇੰਡੋ ਕੈਨੇਡੀਅਨ ਆ ਇਟਾਲੀਅਨ ਕੈਨੇਡੀਅਨ। ਤੁਸੀਂ ਉਹਨਾਂ ਨੂੰ ਸਿਰਫ ਤੇ ਸਿਰਫ ਇਦਾਂ ਹੀ ਲਿਖਣਾ ਕੈਨੇਡੀਅਨ ਹੈ ਬੰਦਾ ਜੀ। ਜਿਹਨੇ ਸਿਟੀਜ਼ਨਸ਼ਿਪ ਲੈ ਲਈ ਕੈਨੇਡਾ ਦੀ, ਉਹ ਕੈਨੇਡੀਅਨ ਹੈ। ਜਿਹੜਾ ਬੰਦਾ ਪੰਜਾਬ 'ਚ ਜੰਮਿਆ ਆ, ਕਿਸੇ ਵੀ ਜ਼ਾਤ ਦੇ ਵਿੱਚ ਜੰਮਿਆ ਹੋਵੇ, ਕਿਸੇ ਵੀ ਧਰਮ ਦੇ ਵਿੱਚ ਜੰਮਿਆ ਹੋਵੇ, ਉਹ ਪੰਜਾਬੀ ਬੰਦਾ ਹੈ। ਅੱਛਾ, ਉਹ ਮੁਲਕ ਸਾਡਾ ਉਹ ਹਿੰਦੁਸਤਾਨ ਆ, ਇੱਧਰ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਆ ਉਹ ਪਾਕਿਸਤਾਨ ਦੇ ਵਿੱਚ ਆ, ਪਰ ਉਹਨਾਂ ਦਾ ਨਾਂ ਰੱਖਿਆ ਹੈ ਬੰਦੇ ਦਾ। ਤੁਸੀਂ ਇੱਕ ਚਰਨਜੀਤ ਸਿੰਘ ਚੰਨੀ ਆ, ਮੈਂ ਪੰਜਾਬੀ ਆ ਜੀ, ਉਹ ਉਹਨਾਂ ਦਾ ਅਹੁਦਾ ਸੀ ਕੋਈ, ਉਹ ਹਿੰਦੁਸਤਾਨੀ ਆ। ਤੁਸੀਂ ਉਹਨਾਂ ਲਈ ਇੱਕ ਸ਼ਬਦ ਯੂਜ਼ ਕੀਤਾ ਦਲਿਤ ਜੀ, ਤੇ ਇੱਥੇ ਤੁਸੀਂ ਸ਼ਬਦ ਕੀਤਾ ਯੂਜ਼ ਫੇਰ ਦਲਿਤ, ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਨਕਾਰਿਆ ਗਿਆ ਆ ਔਰ ਨਕਾਰਨਾ ਚਾਹੀਦਾ ਆ। ਜੇ ਲੜਾਈ ਕਰਨੀ ਚਾਹੀਦੀ ਸੀ ਇਹਨਾਂ ਨੂੰ, ਤੇ ਸਿੱਖ ਹੈਰੀਟੇਜ ਮੰਥ ਦੇ ਨਾਲ ਇਹਨੂੰ ਇਕੁਆਲਿਟੀ ਮੰਥ ਵੀ ਕਹਿੰਦੇ। ਹਾਂਜੀ, ਸਿੱਖ ਹੈਰੀਟੇਜ ਮੰਥ ਇਹਦੇ ਨਾਲ ਮਤਲਬ ਵਧੀਆ ਗੱਲ ਬਣਦੀ ਆ, ਕਿਉਂਕਿ ਸਿੱਖੀਜ਼ਮ ਇੱਕ ਧਰਮ ਦੇ ਤੌਰ ਤੇ, ਇੱਕ ਬਾਣੀ ਦੇ ਤੌਰ ਤੇ ਬਰਾਬਰਤਾ ਲਈ ਲੜਿਆ ਜੀ। ਚਾਹੇ ਉਹ ਜ਼ਾਤਾਂ ਪਾਤਾਂ ਦੀ ਸੀ, ਚਾਹੇ ਉਹ ਧਰਮਾਂ ਦੀ ਵੰਡੀਆਂ ਪਾਈਆਂ ਸੀ, ਚਾਹੇ ਈਵਨ ਜੈਂਡਰ ਦੀ ਗੱਲ ਕਰਦੇ ਸੀ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਹਾਂ, ਸਾਡੀ ਪ੍ਰੈਕਟਿਸ ਮਾੜੀ ਆ, ਇਹ 'ਚ ਤਾਂ ਕੋਈ ਗਲਤੀ, ਸਾਨੂੰ ਪਤਾ ਸਾਡੀ ਪ੍ਰੈਕਟਿਸ ਮਾੜੀ ਆ। ਹਾਂਜੀ,
पर ਉਹਦੇ ਵਿੱਚ ਉਹ ਬਾਣੀ ਤਾਂ ਗਲਤ ਨਹੀਂ ਹੋ ਗਈ ਨਾ ਜੀ। ਪ੍ਰੈਕਟਿਸ ਤਾਂ ਸਾਡੀ ਝੂਠ ਬੋਲਣ ਦੀ ਵੀ ਹੈ। ਬਾਣੀ ਤਾਂ ਇਹੀ ਕਹਿੰਦੀ ਹੈ ਆਦ ਸੱਚ ਜੁਗਾਦ ਸੱਚ। ਹਾਂਜੀ ਸਤਿਅਮ ਜਾਇਤੇ। ਜੀ ਜੀ। ਤੇ ਉਸ ਗੱਲ ਤੇ ਲੈ ਕੇ ਸਾਨੂੰ ਇਹਨਾਂ ਨੂੰ ਹੈਰੀਟੇਜ ਮੰਥ ਦੇ ਨਾਲ, ਸਿੱਖ ਹੈਰੀਟੇਜ ਮੰਥ ਦੇ ਨਾਲ ਇਕੁਆਲਿਟੀ ਮੰਥ ਲਿਖ ਦੇਣਾ ਚਾਹੀਦਾ ਸੀ। ਹਾਂਜੀ, ਕਿਉਂਕਿ ਜਿਵੇਂ ਇਹਨਾਂ ਨੇ ਪਹਿਲਾਂ ਡਾਕਟਰ ਅੰਬੇਦਕਰ ਦੇ ਜਨਮ ਦਿਨ ਨੂੰ ਪਿਛਲੇ ਸਾਲ ਕਿਹਾ ਸੀ ਕਿ ਜਿਹੜਾ 14th ਵਾਲਾ ਹੈਗਾ ਡੇ ਇਹ ਇਕੁਐਲਿਟੀ ਡੇ ਦੇ ਤੌਰ ਤੇ ਇਹਨਾਂ ਨੇ ਮਨਾਉਣਾ। ਬਹੁਤ ਵਧੀਆ ਗੱਲ ਹੋਣੀ ਸੀ। ਹਾਂਜੀ। ਪਰ ਇੱਕ MLA ਇੱਥੋਂ ਖਾਸ ਤੌਰ ਤੇ ਉਹ ਬਹੁਤ ਵਾਰੀ ਲੂਤੀ ਲਾਉਣ ਦੀ ਕੋਸ਼ਿਸ਼ ਕਰਦੀ ਹੈ ਜਾਤ-ਪਾਤ ਦੇ ਬੇਸ ਤੇ। ਪਰ ਆ ਜਿਹੜੀ ਗੱਲ ਕਰਾਈ ਆ ਉਹਨਾਂ ਨੇ ਕਿ ਇੱਕ ਮੰਥ ਹੀ, ਇੱਕ ਤਾਂ ਸਿੱਧੀ ਇਹਦੇ ਵਿੱਚ ਸ਼ੋਅ ਕਰਦੀ ਹੈ ਨਫ਼ਰਤ ਸਿੱਖਾਂ ਲਈ ਕਿ ਸਿੱਖ ਬਾਣੀ ਦੇ ਖਿਲਾਫ ਇੱਕ ਅਸੀਂ ਵੀ ਲਿਆਉਣਾ ਮੰਥ। ਸਿੱਖ ਹੈਰੀਟੇਜ ਮੰਥ ਨਹੀਂ, ਉਹ ਜਰ ਹੋਇਆ। ਉਹ ਦੂਸਰਾ ਮੰਥ ਲੈ ਕੇ ਆਂਦਾ। ਬਾਕੀ ਦੇ 5 ਜਿਹੜੇ ਬੰਦੇ ਬੈਠੇ ਆ ਇਹ ਬੋਲੇ ਹੀ ਨਹੀਂ ਉੱਥੇ ਕਾਕਸ ਦੇ ਵਿੱਚ। ਇਹਨਾਂ ਨੂੰ ਕੀ ਹੋਇਆ ਸੀ? ਤੁਹਾਨੂੰ ਕਹਿ ਦੇਣਗੇ ਤੁਸੀਂ ਪੱਤਰਕਾਰ, ਤੁਸੀਂ ਕੋਈ ਵੀ ਪੁੱਛ ਕੇ ਦੇਖ ਲਓ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਸੁੱਤਾ ਪਿਆ ਸੀ ਉੱਥੇ। ਜੀ ਬਿਲਕੁਲ। ਜਿਹੜੇ ਬੰਦੇ ਕਾਕਸ ਦੇ ਵਿੱਚ ਬੈਠੇ ਆ, ਜਿਹੜੇ ਬੰਦੇ ਕੈਬਨਿਟ ਦੇ ਵਿੱਚ ਬੈਠੇ ਆ, ਉੱਥੇ ਇਹ ਡਿਸਕਸ਼ਨ ਹੋਈ ਹੈ ਤੇ ਤੁਸੀਂ ਕੀ ਬੋਲਦੇ ਆ? ਔਰ ਜਿਹਨੇ ਇਹ ਮੰਥ ਰਚਨਾ ਸਿੰਘ ਨੇ ਪ੍ਰਪੋਜ਼ ਕੀਤਾ ਹੈ ਉਹ ਇੰਨੀ ਕਨਵਿੰਸਿੰਗ ਵੀ ਹੈ ਨਹੀਂ ਗੱਲ। ਉਹ ਕਦੇ ਕਿਸੇ ਡਿਬੇਟ 'ਚ ਨਹੀਂ ਜਾਂਦੀ ਸੀ। ਪਿਛਲੀ ਵਾਰ ਇਲੈਕਸ਼ਨ ਹੋਈਆਂ ਬਚਦੀ ਫਿਰਦੀ ਸੀ ਵੀ ਗੱਲ ਨਾ ਕਰਨੀ ਪਵੇ। ਹਾਲਾਂਕਿ ਬਹੁਤੇ ਡਿਬੇਟਸ ਪੰਜਾਬੀ ਦੇ ਵਿੱਚ ਵੀ ਹੋਏ ਆ, ਪਤਾ ਹੀ ਨਹੀਂ ਕਿਸੇ ਗੱਲ ਦਾ। ਪਰ ਲੂਤੀਆਂ ਲਾਉਣੀਆਂ ਬਥੇਰੀਆਂ ਆਉਂਦੀਆਂ। ਜਿਹੜੀ ਹਿੰਦੁਸਤਾਨੀ ਪੋਲਿਟਿਕਸ ਹੈ ਨਾ, ਇੱਥੇ ਦੰਗੇ ਕਰਾਤੇ, ਉੱਥੇ ਦੰਗੇ ਕਰਾਤੇ। ਜ਼ਾਤ ਪਾਤ ਦੇ ਲੈਵਲ ਤੇ ਇੰਨੇ ਦੰਗੇ ਹੋਏ ਆ। ਪਹਿਲਾਂ ਸ਼ਡਿਊਲ ਕਾਸਟ ਤੇ ਰੌਲਾ ਪੈ ਗਿਆ, ਫਿਰ ਮੰਡਲ ਕਮਿਸ਼ਨ ਨੇ ਰੌਲਾ ਪਾਤਾ। ਅਕਸਰ ਕੋਈ ਨਾ ਕੋਈ ਫਿਰ ਦਲਿਤ ਵਰਸਸ ਨੌਨ ਦਲਿਤ, ਇਹ ਇਸ਼ੂ ਕੋਈ ਨਾ ਕੋਈ ਪੋਲੀਟੀਸ਼ੀਅਨ ਲਿਆਉਂਦਾ ਹੀ ਰਹਿੰਦਾ। ਔਰ ਬਦਕਿਸਮਤੀ ਦੇ ਨਾਲ ਇਹਨਾਂ ਦੀ ਇੱਥੇ ਸਾਡੇ ਸਰੀ ਦੀ ਪੋਲੀਟੀਸ਼ੀਅਨ ਉਹੋ ਹੀ ਲੂਤੀ ਲਾ ਕੇ ਇੱਥੇ ਲੈ ਕੇ ਆਈ ਹੈ। ਔਰ ਬਦਕਿਸਮਤੀ ਇਹ ਵੀ ਗੱਲ ਹੈ ਕਿ ਇਹ ਪੱਕੀ NDP ਦੀ ਸੀਟ ਹੈ। ਇੱਥੋਂ ਉਹਨੇ ਹਾਰਨਾ ਨਹੀਂ। ਜਿੰਨਾ ਮਰਜ਼ੀ BC ਲਿਬਰਲ ਜ਼ੋਰ ਲਾ ਲੈਣ, 3 ਸੀਟਾਂ BC ਦੇ ਵਿੱਚ, ਸਰੀ ਦੇ ਵਿੱਚ ਨਿਊਟਨ, ਜਿਹੜੀ ਰਚਨਾ ਸਿੰਘ ਦੀ ਸੀਟ ਹੈ, ਤੇ ਇੱਕ ਵਾਲੀ ਸੀਟ ਜਿਹੜੀ ਇੱਥੇ ਜੇ NDP ਵਾਲੇ ਨਾ ਵੀ ਕੋਈ ਬੰਦਾ ਖੜਾ ਕਰਨ ਤਾਂ ਵੀ ਜਿੱਤ ਜਾਣਾ। ਇਦਾਂ ਹੀ ਸਾਊਥ ਸਰੀ ਦੇ ਵਿੱਚ ਆ, BC ਲਿਬਰਲ ਨਾ ਵੀ ਖੜਾ ਕਰਨ ਤਾਂ ਉਹ ਵੀ ਜਿੱਤ ਜਾਣਾ। 4 ਸੀਟਾਂ ਆ ਬਾਕੀ ਦੀਆਂ। ਇੱਕ ਗਿਲਡਫੋਰਡ ਹੈ, ਇਹ ਪੈਨੋਰਾਮਾ ਹੈ, ਕਲੋਵਰਡੇਲ ਹੈ, ਫਲੀਟਵੁੱਡ ਹੈ। ਇੱਥੇ ਡਿਪੈਂਡ ਕਰਦਾ ਕਿ ਪਾਰਟੀ ਕਿਹੜੀ ਤਾਂ ਨੂੰ ਜਾ ਰਹੀ ਹੈ, ਪਾਰਟੀ ਕਿਹੜੀ ਥੱਲੇ ਨੂੰ ਜਾ ਰਹੀ ਹੈ। ਤਾਂ ਉਹਨਾਂ ਦਾ ਫਾਇਦਾ ਉਠਾ ਰਹੇ ਆ ਕਿ ਜੇ ਮੈਂ ਤਾਂ ਹੁਣ ਇੱਥੇ ਪੱਕੀ ਬਣ ਗਈ ਹਾਂ। ਜੇ ਲੋਕਾਂ ਨੇ ਨੋਮੀਨੇਸ਼ਨ ਲੜਨੀ ਹੋਵੇ, ਇਹ ਔਰਤਾਂ ਲਈ ਰਿਜ਼ਰਵ ਕੀਤੀ ਹੈ ਸੀਟ ਇਹ NDP ਨੇ। ਸੋ ਰਚਨਾ ਸਿੰਘ ਦੇ ਖਿਲਾਫ ਕੋਈ ਵੀ ਔਰਤ ਖੜ ਸਕਦੀ ਹੈ। ਪਹਿਲਾਂ ਉਹ ਵੋਟ ਟੇਕ ਕਰੇ, ਬੋਰਡ ਵਾਲੇ ਫਿਰ ਨੋਮੀਨੇਸ਼ਨ ਕਰਾਉਣ, ਫਿਰ ਦੇਖਾਂਗੇ ਇਹਨਾਂ ਨੂੰ ਕੌਣ ਵੋਟ ਪਾਉਂਦਾ ਹੈ। ਜਿਹੜੇ ਬੰਦੇ ਸਾਡੀ ਕਮਿਊਨਿਟੀ ਨੂੰ ਦਫਾੜ ਕਰਨ ਲਈ ਹੁਣ ਬੈਠੇ, ਉਹਨਾਂ ਨੂੰ ਤੁਸੀਂ ਵਿਕਟੋਰੀਆ ਭੇਜਿਆ ਹੈ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟਸ ਵਧਾਏ ਜਾ ਰਹੇ ਨੇ, ਕੀ ਲੱਗਦਾ ਤੁਹਾਨੂੰ? ਮੇਰਾ ਖਿਆਲ ਘੰਟੇ ਦੇ ਵਿੱਚ ਆ ਜਾਣੀ ਖਬਰ। ਇਹ ਦੂਸਰੀ ਵਾਰ ਹੈ ਇਸ ਸਾਲ ਦੇ ਵਿੱਚ ਕਿ ਇਨਫਲੇਸ਼ਨ ਨੂੰ ਘੱਟ ਕਰਨ ਲਈ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਇੰਟਰਸਟ ਰੇਟ ਵਧਾਉਣੇ ਪੈਣੇ ਆ। ਇਸ ਵਾਰ ਇਹ 0.5% ਕਰਨਾ, ਪਿਛਲੀ ਵਾਰੀ 1/4% ਕੀਤਾ ਸੀ ਇਹਨਾਂ ਨੇ। ਤੇ 4 ਹੋਰ ਕਿਆਸਰਾਈਆਂ ਲਾ ਰਿਹਾ ਕਿ 4 ਵਾਰ ਹੋਰ ਇਸ ਸਾਲ ਵਧਾਉਣਾ ਇਹਨਾਂ ਨੇ ਇੰਟਰਸਟ ਰੇਟ। ਉਹਦੇ ਵਿੱਚ ਇਮੀਡੀਏਟ ਜਿਨ੍ਹਾਂ ਨੇ ਵੇਰੀਏਬਲ ਇੰਟਰਸਟ ਲਿਆ ਹੁੰਦਾ ਨਾ, ਉਹਨਾਂ ਦੀ ਤਾਂ ਅੱਜ ਹੀ ਵੱਧ ਜਾਣੀ ਉਹਨਾਂ ਦੀ ਜਿੰਨੀ ਵੀ ਪੇਮੈਂਟ ਦਿੰਦੇ ਆ। ਪਰ ਬਹੁਤੇ ਲੋਕ ਜਿਹੜੇ ਆ ਮੌਰਗੇਜ ਵੱਲੋਂ ਲੈਂਦੇ ਆ, ਉਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ ਲਈ 5 ਸਾਲ ਦੀ 3 ਸਾਲ ਦੀ ਇੱਦਾਂ ਲੌਕ ਇਨ ਕਰਦੇ ਆ। 75% ਲੋਕੀ ਕੈਨੇਡਾ ਦੇ ਵਿੱਚ ਲੌਕ ਇਨ ਕਰਦੇ ਆ ਤੇ 25% ਤੇ ਇੱਦਾਂ ਦੇ ਜਿਨ੍ਹਾਂ ਨੇ ਵੈਰੀਏਬਲ ਸਸਤੀ ਆ ਪਰ ਉਹਦਾ
ਫਿਕਰ ਹੁਣ ਪੈ ਜਾਂਦਾ, ਰਾਤ ਨੂੰ ਨੀਂਦ ਨਹੀਂ ਆਉਣੀ ਉਹਨਾਂ ਨੂੰ ਕਿ ਕੱਲ ਨੂੰ ਕੀ ਰੇਟ ਹੋਣਾ। ਤੇ ਜੇ ਨੀਂਦ ਨਾ ਚੰਗੀ ਨਾ ਸੌਣਾ ਤਾਂ ਫਿਰ ਲੌਕ ਇਨ ਕਰਨੀ ਪੈਂਦੀ, ਉਹ ਜ਼ਿਆਦਾ ਦੇਣਾ ਪੈਂਦੀ ਪਹਿਲਾਂ ਹੀ। ਹੁਣ ਇਹਦੇ ਨਾਲ ਕੀ ਹਾਊਸਿੰਗ ਪ੍ਰਾਈਸਿਸ ਕੰਟਰੋਲ ਹੋਣਗੀਆਂ ਜਾਂ ਨਹੀਂ ਹੋਣਗੀਆਂ? ਲੱਗਦਾ ਇੰਨਾ ਵੀ ਕਮ ਸੇ ਕਮ ਸਟੇਬਲ ਤਾਂ ਜ਼ਰੂਰ ਹੋ ਜਾਊਗੀ। ਮਤਲਬ ਵਧਣਗੀਆਂ ਨਹੀਂ ਹੁਣ ਵਧਣਗੀਆਂ ਨਹੀਂ, ਕਿਉਂਕਿ ਮੌਰਗੇਜ ਮਹਿੰਗੀ ਹੋਈ ਜਾਂਦੀ ਹੈ ਨਾ। ਹਾਂਜੀ। ਤੇ ਇੱਕ ਬਜਟ ਦੇ ਵਿੱਚ ਇਹਨਾਂ ਨੇ 2 ਸਾਲ ਦਾ ਮੋਰੇਟੋਰੀਅਮ ਲਾਇਆ ਸੀ ਫੋਰਨ ਬਾਇਰਸ ਤੇ। ਹਾਂਜੀ। ਹਾਲਾਂਕਿ ਕੋਈ ਸਟੱਡੀ ਨਹੀਂ ਕਹਿੰਦੀ ਕਿ ਸਾਡੇ ਕੀਮਤਾਂ ਇਸ ਕਰਕੇ ਵਧੀਆਂ ਕਿ ਫੋਰਨ ਬਾਇਰਸ ਆ, ਪਰ ਇਹ ਸਾਹਮਣੇ ਤੈਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਵੀ ਜਿਹੜੀਆਂ ਕੀਮਤਾਂ ਵਧੀਆਂ ਨੇ, ਲੋਕਾਂ ਦੇ ਦਿਮਾਗ 'ਚ ਆਪਣੇ ਆਪ ਹੀ ਆ ਜਾਵੇ ਇਹ ਚੀਜ਼ ਕਿ ਇਸ ਕਰਕੇ ਵਧੀਆ ਨੇ ਫੋਰਨ ਬਾਇਰਸ ਆ ਕੇ ਇੱਥੇ ਇਨਵੈਸਟ ਕਰਦੇ ਆ। ਇਹ ਸਿੱਧੀ ਨਸਲਵਾਦੀ ਸੋਚਣੀ। ਜੇ ਹੁਣ ਇੰਟਰਸਟ ਰੇਟ ਵਧਣ ਦੇ ਨਾਲ ਸਟੇਬਲ ਹੋ ਗਈਆਂ ਨਾ ਇਹਨਾਂ ਦੀ ਕੀਮਤਾਂ, ਇਸ ਸਾਲ ਅਗਲੇ ਸਾਲ ਥੋੜ੍ਹੀਆਂ ਜਿਹਾ ਘਟ ਗਈਆਂ, ਫਿਰ ਇਹ ਕਹਿਣਗੇ ਕਿ ਦੇਖੋ ਅਸੀਂ ਫੋਰਨ ਬਾਇਰਸ ਨੂੰ ਮਨਾ ਕੀਤਾ ਸੀ, ਹੁਣ ਘਟ ਗਈਆਂ। ਵੈਸੇ ਨਾ ਵੋਟਾਂ ਦੇ ਜਦੋਂ ਨੇੜੇ ਜਾ ਕੇ ਇਹ ਉਹਨਾਂ ਦੀ ਕਹਿ ਲਓ ਕਿ ਮੈਨੀਫੈਸਟੋ ਤੇ ਜਾਂ ਫਿਰ ਗੱਲਬਾਤ ਦੇ ਵਿੱਚ ਉੱਪਰ ਹੋਊਗਾ ਸਭ ਤੋਂ ਕਿ ਅਸੀਂ ਐਂ ਕੀਤਾ ਸੀ, ਫੋਰਨ ਬਾਇਰਸ ਤੇ ਰੋਕ ਲਈ ਸੀ ਤਾਂ ਕਿ ਜਿਹੜੇ ਉਹ ਲੋਕ ਹੈਗੇ ਆਸਾਨੀ ਦੇ ਨਾਲ ਉਹ ਆਪਣਾ ਘਰ ਖਰੀਦ ਸਕਣ। ਆਸਾਨੀ ਦੇ ਨਾਲ ਦੇਖੋ, ਇੱਥੇ ਇੱਕ ਵੈਨਕੂਵਰ ਦੀ ਕੋਈ ਖਬਰ ਦੇ ਰਿਹਾ ਸੀ, 2,65,000 ਦਾ ਬੰਦੇ ਨੇ ਘਰ ਲਿਆ ਤਾਂ 49 ਲੱਖ ਦਾ ਲਾਇਆ। ਹੁਣ 2,65,000 ਦਾ ਉਹਨੇ 2006 ਦੇ ਵਿੱਚ ਕਰ ਲਿਆ। 15 ਸਾਲਾਂ ਦੇ ਵਿੱਚ ਦੇਖ ਲਓ ਕਿੰਨੀ ਪ੍ਰਾਈਸ ਵਧੀ ਹੈ ਜੀ। ਕੋਈ ਫੋਰਨ ਬਾਇਰ ਨਹੀਂ ਆਏ, ਇੱਥੇ ਦੇ ਲੋਕਾਂ ਨੇ ਪ੍ਰਾਈਸ ਵਧਾਤੀ ਹੈ। ਹੁਣ ਇਸ ਪ੍ਰਾਈਸ ਰੇਂਜ ਦੇ ਵਿੱਚ ਚਾਹੇ ਸਟੇਬਲ ਵੀ ਹੋ ਜਾਣ ਪ੍ਰਾਈਸਿਸ, ਫਿਰ ਵੀ ਨਾਰਮਲ ਬੰਦਾ ਕਿੱਦਾਂ 49 ਲੱਖ ਡਾਲਰ ਕਿੱਥੋਂ ਜੋੜੋਗੇ ਤੁਸੀਂ ਜੀ? ਐਡੀਆਂ ਪੇਮੈਂਟਸ ਕਿੱਥੋਂ ਦੇਵੋਗੇ ਤੁਸੀਂ? ਸੋ ਇਹ ਇੰਟਰਸਟ ਰੇਟ ਕੁਝ ਹੱਦ ਤੱਕ ਮਦਦ ਕਰਦੇ ਆ, ਪਰ ਸਭ ਤੋਂ ਵੱਡੀ ਗੱਲ ਹੋਣੀ ਆ ਹਾਊਸਿੰਗ ਦੇ ਵਿੱਚ, ਜਿਸ ਦਿਨ ਸਾਡੇ ਪੋਲੀਟੀਸ਼ੀਅਨ ਦੇ ਦਿਮਾਗ ਦੇ ਵਿੱਚ ਕੋਈ ਆਕਸੀਜਨ ਬਣਨ ਲੱਗ ਪਈ, ਉਹ ਇਹ ਆ ਕਿ ਸਪਲਾਈ ਵਧਾਓ ਭਾਈ, ਸਪਲਾਈ ਵਧਾਓ। ਹਾਂਜੀ। ਸਿਵਿਕ ਪੋਲੀਟੀਸ਼ੀਅਨ ਤੋਂ ਰੌਲਾ ਪਾ ਰਹੇ ਆ, ਸਾਡੇ ਮਿਊਨਿਸਪੈਲਿਟੀਜ਼ ਨੂੰ ਕਹਿ ਰਹੇ ਕਿ ਤੁਸੀਂ ਪਰਮਿਟ ਨਹੀਂ ਦਿੰਦੇ ਲੋਕਾਂ, ਪਰ ਜਿਹੜੀ ਸਪਲਾਈ ਵਧਾਉਣੀ ਆ ALR ਵਗੈਰਾ ਕੰਟਰੋਲ ਕੀਤੀ ਵਿਕਟੋਰੀਆ ਸਰਕਾਰ ਨੇ, ਜਿੰਨਾ ਚਿਰ ਉਹ ਸਪਲਾਈ ਲੈਂਡ ਦੀ ਨਹੀਂ ਵੱਧਦੀ, ਪਰਮਿਟ ਦੂਸਰਾ ਜਿਹੜਾ ਪਰਮਿਟ ਰਾਜ ਬਣਾਇਆ ਇਹਨਾਂ ਨੇ, ਅੱਗੇ ਇੰਡੀਆ 'ਚ ਕਹਿੰਦੇ ਹੁੰਦੇ ਸੀ ਪਰਮਿਟ ਰਾਜ ਆ, ਹੁਣ ਇੱਥੇ ਬਣ ਗਿਆ। ਪਰਮਿਟ ਦਿੰਦੇ ਹੀ ਨਹੀਂ ਕਿਸੇ ਨੂੰ, ਪਰਮਿਟ ਦੇ ਜਿੰਨੇ ਦੇਣੇ ਚਾਹੀਦੇ ਉਹਨੇ ਨਹੀਂ ਦਿੰਦੇ। ਡਿਪੈਂਡ ਕਰਦਾ ਇੱਥੇ ਸਰੀ 'ਚ ਤਾਂ ਤੁਸੀਂ ਉਸ ਬੰਦੇ ਨੂੰ ਜਾਣਦੇ ਆ ਜਿਹੜਾ ਬੰਦਾ ਅਨਇਲੈਕਟਡ ਬੈਠਾ ਹੈ ਕਿ ਨਹੀਂ ਜੀ, ਫਿਰ ਤੁਹਾਨੂੰ ਪਰਮਿਟ ਮਿਲਦਾ ਜੀ। ਬਿਲਕੁਲ। ਇਹ ਤਾਂ ਵੈਸੇ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਹੈਗੀ ਤੇ ਕੋਈ ਆਵਾਜ਼ ਵੀ ਨਹੀਂ ਉਠਾਉਂਦਾ ਕਿ ਇੱਕ ਅਨਇਲੈਕਟਡ ਬੰਦਾ ਉੱਥੇ ਬੈਠ ਕੇ ਫੈਸਲਾ ਕਰਦਾ ਕਿ ਕਿਹਨੂੰ ਪਰਮਿਟ ਦੇਣਾ ਤੇ ਕਿਹਨੂੰ ਪਰਮਿਟ ਨਹੀਂ ਦੇਣਾ। ਤੇ ਡਾਕਟਰ ਸਾਹਿਬ ਹੁਣ ਆਪਾਂ ਰੁਖ ਕਰਦੇ ਹਾਂ ਅਗਲੀ ਖਬਰ ਵੱਲ। ਫਰਾਂਸ ਦੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਜਿਹੜੀ ਮੈਰੀਨ ਲੀ ਪੈਨ, ਉਹਨੇ ਰਸ਼ੀਅਨ ਸੈਂਕਸ਼ਨਸ ਦੇ ਬਾਰੇ ਗੱਲਬਾਤ ਕੀਤੀ ਹੈ, ਸਾਹਮਣੇ ਆ ਕੇ ਉਹਨੇ ਗੱਲਬਾਤ ਕੀਤੀ ਆ। ਇਸ ਗੱਲਬਾਤ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਹੁਣ ਇਸ ਵੇਲੇ ਦੋ ਹੀ ਜਿਹੜਾ ਸੈਕੰਡ ਰਾਉਂਡ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਹੁਣ ਇਸ ਵੇਲੇ ਪ੍ਰੈਜ਼ੀਡੈਂਟ ਨੇ ਮੈਕਰੋਨ ਤੇ ਉਹਨਾਂ ਦੀ ਓਪੋਨੈਂਟ ਹੈਗੀ ਆ ਮੈਰੀ ਲੀ ਪੈਨ ਜੀ। ਪਹਿਲੇ ਰਾਉਂਡ ਦੇ ਵਿੱਚ ਕਈ ਬਹੁਤ ਕੈਂਡੀਡੇਟ ਸਨ, ਉਹਨਾਂ ਦੇ ਵਿੱਚ ਤਕਰੀਬਨ ਕੁਛ ਤਾਂ ਯੂਕਰੇਨ ਦੇ ਹੱਕ ਦੇ ਵਿੱਚ ਸੀ, ਕੁਛ ਰਸ਼ੀਆ ਦੇ ਹੱਕ 'ਚ ਸੀ, ਮਤਲਬ ਉਹ ਲੜਾਈ ਪਾਉਣ ਵਾਲੇ ਸੀ ਸਿੱਧਾ ਹਿਸਾਬ। ਪਰ ਲੋਕਾਂ ਨੇ ਕਿਹਨੂੰ ਚੁਣਿਆ? ਇੱਕ ਬਿਲਕੁਲ ਬਦਨਾਮ ਹੋ ਚੁੱਕੇ ਪ੍ਰੈਜ਼ੀਡੈਂਟ ਨੂੰ, ਕਿਉਂਕਿ ਉਹਨੇ ਮਗਰਲੇ ਦਿਨਾਂ 'ਚ ਇਹ ਗੱਲ ਕੀਤੀ, ਕਿਉਂਕਿ ਉਹ ਪ੍ਰੈਜ਼ੀਡੈਂਟ ਕਰਕੇ ਹੁਣ ਦੂਸਰੇ ਕੈਂਡੀਡੇਟ ਤਾਂ ਫੋਨ ਕਰ ਨਹੀਂ ਸਕਦੇ। ਉਹਨਾਂ ਨੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਤੇ ਪ੍ਰੈਜ਼ੀਡੈਂਟ ਪੁਟਿਨ ਨਾਲ ਹਰ ਰੋਜ਼ ਹੀ ਗੱਲ ਕਰਦੇ ਰਹੇ, ਔਰ ਦੋਹਾਂ ਨੂੰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਦੇਣੀ ਕਿ ਮੈਂ ਦੋਹਾਂ ਨੂੰ ਕਹਿ ਕੇ ਹਟਿਆ ਕਿ ਲੜਾਈ ਬੰਦ ਕਰੋ ਜੀ। ਲੋਕਾਂ ਨੇ ਅਪਰੀਸ਼ੀਏਟ ਇਸ ਗੱਲ ਤੇ ਕੀਤਾ ਉਹਨਾਂ ਨੂੰ ਕਿ ਇਹਨਾਂ ਨੇ ਸਟੇਟਸਮੈਨ ਦਾ ਬਣ ਕੇ ਦਿਖਾਇਆ।
ਹਾਂਜੀ, ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਕੀ ਕੀਤਾ ਇਸ ਬਾਰੇ ਚ ਲੋਕਾਂ ਨੇ ਪਹਿਲਾਂ ਜੋ ਕੁਝ ਕੀਤਾ ਉਹ ਭੁੱਲ ਗਏ। ਤੇ ਹੁਣ ਤੁਸੀਂ ਦੇਖਿਆ ਹੋਣਾ, ਕੱਲ ਹੀ ਅਸੀਂ ਗੱਲ ਕੀਤੀ ਸੀ, ਆਸਟਰੀਆ ਦਾ ਚਾਂਸਲਰ ਗਿਆ ਉੱਥੇ। ਹਾਂਜੀ। ਹੁਣ ਉਹ ਇੱਥੇ ਉਹ ਵੀ ਪਹਿਲਾਂ ਯੂਕਰੇਨ ਨਾਲ ਗਏ, ਫਿਰ ਪੁਟਿਨ ਨਾਲ ਗੱਲ ਕੀਤੀ ਹੈ, ਇਹੀ ਗੱਲ ਕੀਤੀ ਕਿ ਤੁਸੀਂ ਵਾਰ ਜਿਹੜੀ ਬੰਦ ਕਰੋ ਨਾ, ਪਰ ਉਹਨਾਂ ਨੂੰ ਤਾਂ ਕਾਫੀ ਜ਼ਿਆਦਾ ਨਿਰਾਸ਼ਾ ਹੀ ਹੱਥ ਲੱਗੀ ਮੀਟਿੰਗ ਤੋਂ ਬਾਅਦ। ਹੱਥ ਲੱਗੀ, ਉਹ ਜਿਹੜੀ ਸੀਜ਼ ਫਾਇਰ ਕਰਾਉਂਦੇ ਸੀ ਉਹ ਨਹੀਂ ਹੋਈ ਜੀ, ਪਰ ਉਹਨਾਂ ਦਾ ਪਰਪਸ ਤਾਂ ਸਰਵ ਹੋ ਗਿਆ ਨਾ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਇਸ ਵੇਲੇ ਜੀ, ਇਸ ਸਾਲ ਜੀ। ਪਿਛਲੀ ਇਲੈਕਸ਼ਨ ਜਿਹੜੀ 17 ਦੇ ਵਿੱਚ ਹੋਈ ਸੀ, 6 ਸਾਲ ਲਈ ਚੁਣਿਆ ਜਾਂਦਾ ਪ੍ਰੈਜ਼ੀਡੈਂਟ, ਤੇ ਉਹ ਆਪਣੀ ਪਾਰਟੀ ਲਈ ਪ੍ਰੋਪੇਗੈਂਡਾ ਕਰ ਗਏ ਜੀ। ਕੰਮ ਆ ਗਿਆ ਉਹਨਾਂ ਦਾ। ਹੁਣ ਯੂਰਪੀਅਨ ਯੂਨੀਅਨ ਦੇ ਜਿੰਨੇ ਹੀ ਮੈਂਬਰਸ ਆ ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਕਿ ਲੋਕਾਂ 'ਚ ਇਹ ਗੱਲ ਪਾਪੂਲਰ ਆ, ਜਸਟਿਨ ਟਰੂਡੋ ਉੱਥੇ ਇਹਨਾਂ ਦੀ ਜ਼ਮਾਨਤ ਜ਼ਬਤ ਹੋਵੇ ਉੱਥੇ। ਸੱਚੀ ਗੱਲ ਹੈ। ਚਲੋ ਜੋ ਬਾਈਡਨ ਤਾਂ ਗੰਗ ਹੋ ਪਏ ਆ, ਕਿਉਂਕਿ ਉਹਨਾਂ ਨੇ ਆਪਣਾ ਆਇਲ ਤੇ ਗੈਸ ਵੇਚਣਾ, ਦੂਸਰਾ ਉਹਨਾਂ ਨੇ ਹਥਿਆਰ ਵੇਚਣੇ ਆ ਦੂਜਿਆਂ ਨੂੰ। ਹਾਂਜੀ। ਤੇ ਜਿਹੜੇ ਯੂਰਪੀਅਨ ਯੂਨੀਅਨ ਦੇ ਲੋਕੀ ਆ ਉਹ ਉਸ ਕੈਂਡੀਡੇਟ ਨੂੰ ਪਹਿਲ ਦੇ ਰਹੇ ਆ ਜਿਹੜਾ ਉਹਨਾਂ ਦੀ ਲੜਾਈ ਬੰਦ ਕਰਾਉਣ ਲਈ ਗੱਲ ਕਰਦਾ। ਹਾਂਜੀ। ਹੁਣ ਟਰਕੀ ਵਾਲਿਆਂ ਨੇ ਉਹਨਾਂ ਨੂੰ ਦਿੱਤੀ ਆ ਟੇਬਲ, ਇਸਤੰਬੁਲ ਦੇ ਵਿੱਚ ਬੈਠੇ ਆ, ਉਹ ਕਹਿੰਦੇ ਗੱਲਬਾਤ ਕਰੀ ਚੱਲੋ, ਜਿੰਨਾ ਚਿਰ ਵੀ ਲੋੜ ਹੈ ਅਸੀਂ ਤੁਹਾਡੇ ਨਾਲ ਕੋਈ ਸੈਂਕਸ਼ਨ ਨਹੀਂ ਲਾਉਣੇ, ਕਿਸੇ ਤੇ ਗੱਲ ਨਹੀਂ ਕਰਨੀ, ਅਸੀਂ ਇਹੀ ਚਾਹੁੰਦੇ ਤੁਸੀਂ ਬੈਠ ਕੇ ਇੱਥੇ ਗੱਲ ਕਰੋ ਤੇ ਲੜਾਈ ਖਤਮ ਕਰੋ। ਅਮਨ ਸ਼ਾਂਤੀ ਚ ਲਿਆਉਣੀ ਚਾਹੁੰਦੇ ਆ ਉਹ। ਬਸ ਅੱਜ ਕੱਲ ਅਮਨ ਸ਼ਾਂਤੀ ਦਾ ਜ਼ੋਰ ਹੈ। ਜਿਹੜੇ ਬੰਦੇ ਨੇ ਤੁਸੀਂ ਦੇਖਿਓ 2 ਅਕਤੂਬਰ ਨੂੰ ਇਹੀ ਜਸਟਿਨ ਟਰੂਡੋ ਮਹਾਤਮਾ ਗਾਂਧੀ ਦੇ ਫੁੱਲ ਪਾਉਣ ਆਊਗਾ, ਤਾਂ ਉਦਾਂ ਪੀਪੀ ਲੈ ਕੇ ਫਿਰਿਆ ਹੈ ਕਿ ਅੱਗ ਲਾ ਗਿਆ। ਜਿਨ੍ਹਾਂ ਦੇ ਐਕਸ਼ਨ ਹੋ ਰਿਹਾ, ਗੱਲਾਂ ਹੋ ਰਹੀਆਂ ਇਹਨਾਂ ਦੀਆਂ ਜੀ। ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਚ ਕੋਈ ਫਰਕ ਨਹੀਂ ਹੁੰਦਾ, ਪਰ ਕਈ ਵਾਰੀ ਕੀ ਆਪਾਂ ਦੇਖਦੇ ਹਾਂ, ਵੈਸੇ ਮੋਸਟਲੀ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਗੱਲਾਂ ਉਹ ਹੋਰ ਕਰਦੇ ਹੁੰਦੇ ਆ, ਪਰ ਜ਼ਮੀਨੀ ਪੱਧਰ ਦੇ ਉੱਪਰ ਕੁਝ ਹੋਰ ਹੁੰਦਾ, ਸੱਚਾਈ ਬਿਲਕੁਲ ਕੁਝ ਹੋਰ ਹੁੰਦੀ, ਉਹਦੇ ਤੋਂ ਉਲਟੀ ਹੀ ਹੁੰਦੀ ਆ। ਕਿਉਂਕਿ ਅੱਗ ਲਾਉਣੀ ਬਹੁਤ ਸੌਖੀ ਆ ਨਾ, ਅੱਗ ਬੁਝਾਉਣੀ ਔਖੀ ਆ, ਇੱਕ ਮਾਚਿਸ ਨਾਲ ਲੱਗ ਜਾਂਦੀ ਹੈ ਜੀ ਜੀ, ਤੇ ਬੁਝਾਉਣ ਲਈ ਤਾਂ ਬਹੁਤ ਬਾਲਟੀਆਂ ਲਿਆਉਣੀਆਂ ਪੈਂਦੀਆਂ ਜੀ। ਬਿਲਕੁਲ। ਤੇ ਡਾਕਟਰ ਸਾਹਿਬ ਆਪਾਂ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ, ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਆਪਣੇ ਸਪਾਂਸਰਸ ਦੇ ਬਾਰੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਤਬੀਰ ਭੁੱਲਰ ਮਾਰਗੇਜਿਸ ਵੱਲੋਂ। ਜੇਕਰ ਤੁਹਾਨੂੰ ਮਾਰਗੇਜ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਸਤਬੀਰ ਭੁੱਲਰ ਮਾਰਗੇਜ ਸੰਬੰਧੀ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਨਗੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਤੇ ਕੰਸਟਰਕਸ਼ਨ ਮਾਰਗੇਜ ਲਈ ਭਰੋਸਾ ਕਰੋ। ਮਾਰਗੇਜ ਦੀ ਦੁਨੀਆ ਦੇ ਇਸ ਜਾਣੇ ਪਹਿਚਾਣੇ ਨਾਮ ਤੇ ਹੋਮ ਫਾਈਨਾਂਸ, ਰੀਫਾਈਨਾਂਸ ਜਾਂ ਰਿਨਿਊਅਲ ਲਈ ਸਤਬੀਰ ਸਿੰਘ ਭੁੱਲਰ ਤੁਹਾਨੂੰ ਬੈਸਟ ਡੀਲ ਲੈ ਕੇ ਦੇਣਗੇ। 1 ਘੰਟੇ ਦੇ ਅੰਦਰ ਤੁਹਾਨੂੰ ਪ੍ਰਾਈਵੇਟ ਮਾਰਗੇਜ ਵੀ ਅਪਰੂਵ ਕਰਵਾ ਕੇ ਦੇ ਸਕਦੇ ਆ। ਸਾਰੀਆਂ ਮੇਜਰ ਬੈਂਕਸ ਨਾਲ ਡੀਲ ਕਰਦੇ ਨੇ ਸਤਬੀਰ ਸਿੰਘ ਭੁੱਲਰ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6047511447 ਤੇ 6047511447 ਹੈ ਜੀ ਸਤਬੀਰ ਸਿੰਘ ਭੁੱਲਰ ਦਾ ਫੋਨ ਨੰਬਰ। ਤੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਖੁਸ਼ਖਬਰੀ ਹੈ ਜੀ ਕਿ ਹਾਕ ਐਂਟਰਟੇਨਰਜ਼ 30 ਅਪ੍ਰੈਲ ਨੂੰ ਸੈਟਰਡੇ ਵਾਲੇ ਦਿਨ ਸ਼ਾਮ ਦੇ 7 ਵਜੇ ਵੈਨਕੂਵਰ ਦੇ PNE ਵਿੱਚ ਪੇਸ਼ ਕਰਨ ਜਾ ਰਹੇ ਨੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਬੱਬੂ ਮਾਨ ਦਾ ਲਾਈਵ ਸ਼ੋਅ। ਜੇਕਰ ਤੁਸੀਂ ਇਸ ਸ਼ੋਅ ਸੰਬੰਧੀ ਹੋਰ ਜਾਣਕਾਰੀ ਚਾਹੁੰਦੇ ਹੋ, ਟਿਕਟ ਸੰਬੰਧੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜੀ ਬਲਜਿੰਦਰ ਸਿੰਘ ਨੂੰ 6043452222 ਤੇ 6043452222 ਹੈ ਜੀ ਬਲਜਿੰਦਰ ਸਿੰਘ ਦਾ ਫੋਨ ਨੰਬਰ। ਹਰ ਵਰਗ ਦੀ ਪਸੰਦ, ਸੁਰੀਲੀ ਆਵਾਜ਼ ਤੇ ਵੱਖਰਾ ਅੰਦਾਜ਼ ਹੈ ਜੀ ਬੱਬੂ ਮਾਨ ਦਾ। ਇਹਨਾਂ ਦੇ ਸ਼ੋਅ ਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਟਿਕਟਸ ਛੇਤੀ ਬਾਏ ਕਰ ਲਓ, ਇਹ ਨਾ ਹੋਏ ਕਿ ਜਿਹੜਾ ਸ਼ੋਅ ਆ ਸੋਲਡ ਆਊਟ ਹੋ ਜਾਏ। ਇਸ ਦੇ ਨਾਲ ਹੀ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਫਰੈਸ਼ ਗਰੋਸਰੀ ਤਾਂ ਸੁਪਰ ਸਨ ਫਾਰਮ ਵਾਲਿਆਂ ਦੀ 88 ਐਵਨਿਊ ਤੇ ਸਕਾਟ ਰੋਡ ਸਰੀ ਵਾਲੀ ਲੋਕੇਸ਼ਨ ਤੇ ਜਾਣਾ। ਫਰੈਸ਼ ਗਰੋਸਰੀ ਤੁਹਾਨੂੰ ਬਹੁਤ ਹੀ ਘੱਟ ਕੀਮਤਾਂ ਤੇ ਮਿਲੇਗੀ। ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਮਸਾਲੇ, ਅਚਾਰ ਤੇ ਸ਼ੱਕਰ ਤੁਹਾਨੂੰ ਇੱਕ ਹੀ ਛੱਤ ਹੇਠੋਂ ਮਿਲ ਜਾਏਗਾ। ਤੇ ਭਾਂਡੇ ਸਰੀ ਵਿੱਚ ਸਭ ਤੋਂ ਜ਼ਿਆਦਾ ਘੱਟ ਕੀਮਤਾਂ ਤੇ ਤੁਹਾਨੂੰ ਸੁਪਰ ਸਨ ਫਾਰਮ ਵਾਲਿਆਂ ਦੀ 88 ਐਵਨਿਊ ਤੇ ਸਕਾਟ ਰੋਡ ਸਰੀ ਵਾਲੀ ਲੋਕੇਸ਼ਨ ਤੋਂ ਮਿਲ ਜਾਣਗੇ। ਐਡਰੈਸ ਨੋਟ ਕਰ ਲਓ ਧਿਆਨ ਦੇ ਨਾਲ, ਕਿਉਂਕਿ ਜਿਹੜੀ ਸੁਪਰ ਸਪੈਸ਼ਲ ਸੇਲ ਆ ਸੁਪਰ ਸਨ ਫਾਰਮ ਵਾਲਿਆਂ ਦੀ 88 ਐਵਨਿਊ ਤੇ ਸਕਾਟ ਰੋਡ ਸਰੀ ਵਾਲੀ ਲੋਕੇਸ਼ਨ ਤੇ ਹੈ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6045919999 ਤੇ 6045919999 ਹੈ ਜੀ ਸੁਪਰ ਸਨ ਫਾਰਮ ਵਾਲਿਆਂ ਦਾ ਫੋਨ ਨੰਬਰ।
ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਪੁਤਿਨ ਦਾ ਕਹਿਣਾ ਕਿ ਰਸ਼ੀਆ ਤੇ ਯੂਕਰੇਨ ਵਿਚਕਾਰ ਜਿਹੜੀ ਸ਼ਾਂਤੀ ਵਾਰਤਾ ਹੈਗੀ ਆ ਉਹ ਰੁਕ ਗਈ ਆ, ਡੈਡਲੌਕ ਆ। ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਇਸ ਬਿਆਨ ਨੂੰ? ਡੈਡਲੌਕ ਲੱਗਦੀ ਤਾਂ ਵੈਸੇ ਦੇਖਣ ਨੂੰ ਤਾਂ ਇਹੀ ਲੱਗਦਾ ਕਿ ਕੋਈ ਲੜਾਈ ਲੱਗੀ ਆ। ਅੱਗੇ ਪਹਿਲਾਂ ਹੋਪਫੁਲ ਹੋ ਗਿਆ ਸੀ ਕਿ ਲੱਗਦਾ ਸੀ ਕਿ ਐਗਰੀਮੈਂਟ ਆ ਗਿਆ ਇਹਨਾਂ ਦੋਹਾਂ ਦਾ। ਹੁਣ ਪੁਤਿਨ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ ਹਿਸਾਬ ਦੇ ਨਾਲ ਉਹ ਕਹਿੰਦੇ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਮੁੱਕਰ ਗਏ। ਅਸੀਂ ਇੱਕ ਟੈਂਟੇਟਿਵ ਐਗਰੀਮੈਂਟ ਟਰਕੀ ਦੇ ਵਿੱਚ ਕਰ ਲਿਆ ਸੀ। ਉਹਦੇ ਵਿੱਚ ਕੀ ਸੀ ਕਿ ਨੇਟੋ ਨੂੰ ਤੁਸੀਂ ਜੁਆਇਨ ਨਹੀਂ ਕਰਾਂਗੇ। ਉਹ ਤਾਂ ਅੱਜ ਤਾਈਂ ਵੀ ਮੈਸੇਜ ਯੂਕਰੇਨ ਦੇ ਪ੍ਰੈਜ਼ੀਡੈਂਟ ਇਹੀ ਕਹਿੰਦੇ ਆ, ਅਸੀਂ ਨਹੀਂ ਨੇਟੋ ਜੁਆਇਨ ਕਰਦੇ। ਹਾਂਜੀ, ਉਹ ਤਾਂ ਕਾਫੀ ਸਮੇਂ ਦੇ ਰੌਲਾ ਪਾ ਰਹੇ ਆ। ਉਦੋਂ ਬਾਅਦ ਇਹਨਾਂ ਨੇ ਹੋਰ ਮੰਗਣੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਕ੍ਰਾਈਮੀਆ ਨੂੰ ਰੈਕਗਨਾਈਜ਼ ਕਰੋ, ਉਹ ਸਾਡਾ ਹੀ ਸੀ ਤਾਂ ਸਾਡਾ ਹੁਣ। ਡਨਬਾਸ ਰੀਜਨ ਜਿਹੜਾ ਯੂਕਰੇਨ ਦੇ ਈਸਟ ਦੇ ਵਿੱਚ ਰਸ਼ੀਆ ਦੇ ਨਾਲ ਲੱਗਦਾ ਹੈ, ਉੱਥੇ ਦੀਆਂ 2 ਰਿਪਬਲਿਕਸ ਜਿਹੜੀਆਂ ਆ ਉਹ ਰਸ਼ੀਆ ਨੂੰ ਦਿੱਤੀਆਂ ਜਾਣ। ਸੋ ਜਾਂ ਉਹਨਾਂ ਨੂੰ ਇੰਡੀਪੈਂਡੈਂਸ ਦਿੱਤੀ ਜਾਵੇ। ਹੁਣ ਇਹ ਪੁਤਿਨ ਦੀ ਗੱਲ ਹੈ, ਦੂਜੇ ਪ੍ਰੈਜ਼ੀਡੈਂਟ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਸਾਨੂੰ ਨਹੀਂ ਪਤਾ। ਇਹਨਾਂ ਨੇ ਇਹ ਕਿਹਾ ਕਿ ਟੈਂਟੇਟਿਵ ਐਗਰੀਮੈਂਟ ਹੋ ਗਿਆ ਸੀ ਸਾਡਾ ਤੇ ਜ਼ੈਲੈਂਸਕੀ ਫਿਰ ਮੁੱਕਰ ਗਏ। ਉਹ ਇਹ ਗੱਲ ਤਾਂ ਮੰਨਦੇ ਆ ਜ਼ੈਲੈਂਸਕੀ ਕਿ ਮੈਂ ਨੇਟੋ ਨਹੀਂ ਜੁਆਇਨ ਕਰੂੰਗਾ ਕਦੇ ਵੀ, ਪਰ ਉਹ ਅਜੇ ਵੀ ਕ੍ਰਾਈਮੀਆ ਨੂੰ ਰੈਕਗਨਾਈਜ਼ ਕਰਨ ਲਈ ਜਾਂ ਡਨਬਾਸ ਰੀਜਨ ਨੂੰ ਰੈਕਗਨਾਈਜ਼ ਕਰਨ ਲਈ ਕਿ ਇਹ ਸਾਡੇ ਤੋਂ ਵੱਖ ਹੈ, ਉਹ ਅਜੇ ਤਿਆਰ ਨਹੀਂ ਹੈ। ਕੀ ਇਹ ਗੱਲ ਠੀਕ ਹੈ, ਇਹਨਾਂ ਸੱਚੀ ਐਗਰੀਮੈਂਟ ਸੀਗਾ ਜਾਂ ਨਹੀਂ, ਇਹ ਤਾਂ ਡਿਪਲੋਮੈਟਸ ਹੀ ਜਾਣਦੇ ਹੋਣੇ ਆ। ਜੇ ਇਮਰਾਨ ਖਾਨ ਉੱਥੇ ਬੈਠਾ ਹੁੰਦਾ ਤਾਂ ਉਹਨੂੰ ਦੱਸ ਦੇਣਾ ਸੀ। ਤੇ ਇਹ ਡਿਪਲੋਮੇਸੀ ਸੀਕ੍ਰੇਟ ਹੁੰਦੀ ਹੈ, ਸਾਨੂੰ ਪਤਾ ਨਹੀਂ ਲੱਗਣਾ ਕੀ ਹੋਇਆ। ਡਾਕਟਰ ਸਾਹਿਬ ਹੁਣ ਰੁਕ ਕਰਦੇ ਹਾਂ ਆਪਾਂ ਅਗਲੀ ਖਬਰ ਵੱਲ। ਤੇ ਅਗਲੀ ਖਬਰ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਵੀ ਚਾਹੁੰਦੇ ਆ ਕਿ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀਪੂਰਨ ਸਬੰਧ ਜਿਹੜੇ ਆ ਉਹ ਬਣੇ ਰਹਿਣ। ਤੇ ਨਾਲ ਦੀ ਨਾਲ ਉਹਨਾਂ ਨੇ ਜੰਮੂ ਕਸ਼ਮੀਰ ਦਾ ਜਿਹੜਾ ਖੇਤਰ ਆ ਉਹਦੇ ਬਾਰੇ ਵੀ ਗੱਲਬਾਤ ਕੀਤੀ। ਇਸ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਸਭ ਤੋਂ ਪਹਿਲਾਂ ਜਦੋਂ ਸ਼ਹਿਬਾਜ਼ ਸ਼ਰੀਫ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਉਹਨਾਂ ਨੂੰ ਵਧਾਈਆਂ ਭੇਜੀਆਂ। ਚੰਗੀ ਗੱਲ ਹੈ, ਦੋਏ ਗੁਆਂਢੀ ਮੁਲਕ ਹੈ। ਕਹਿੰਦੇ ਹੁੰਦੇ ਆ ਜਿੱਦਾਂ ਇੱਥੇ ਲਿਖਿਆ ਹੈ ਨਾ US ਤੇ ਕੈਨੇਡਾ ਦੇ ਬਾਰਡਰ ਤੇ ਚਿਲਡਰਨ ਆਫ ਅ ਕਾਮਨ ਮਦਰ, ਤੇ ਪਾਕਿਸਤਾਨ ਤੇ ਇੰਡੀਆ ਵੀ ਇਹਨਾਂ ਦੀ ਮਾਂ ਤਾਂ ਸਾਂਝੀ ਹੈ ਜੀ। ਚਲੋ ਹੁਣ ਇਹ ਵੱਖ-ਵੱਖ ਧਰਮ ਹੋਣੇ ਜੁਦੀ ਗੱਲ ਹੈ। ਇੱਕ ਜ਼ਮਾਨੇ ਦੇ ਵਿੱਚ ਇਹੀ ਉਹੀ ਮਾਂ ਹੁੰਦੀ ਸੀ ਦੋਹਾਂ ਦੀ। ਤੇ ਹੁਣ ਜੇ ਦੇਖਿਆ ਜਾਵੇ ਕਿ ਇੰਸਟੀਟਿਊਸ਼ਨਸ ਕਿਹੜੀਆਂ ਆ ਜਿਹੜੀਆਂ ਇਹ ਚਾਹੁੰਦੀਆਂ ਕਿ ਦੋਹਾਂ ਦੇਸ਼ਾਂ ਦੇ ਵਿੱਚ ਜੰਗ ਲੱਗੀ ਰਹੇ। ਇੱਕ ਤਾਂ ਖਾਸ ਤੌਰ ਤੇ ਆਰਮੀ ਦੋਹਾਂ ਪਾਸਿਆਂ ਤੇ, ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜੋ ਵੀ ਸਹੂਲਤਾਂ ਮਿਲਦੀਆਂ ਆ ਉਹ ਇਸੇ ਕਰਕੇ ਮਿਲਦੀਆਂ ਕਿ ਇੱਕ ਦੂਸਰੇ ਦੇ ਖਿਲਾਫ ਲੜਦੇ ਰਹਿੰਦੇ ਆ ਔਰ ਕਮ ਸੇ ਕਮ ਬਿਆਨਬਾਜ਼ੀ ਹੁੰਦੀ ਰਹਿੰਦੀ। ਇੱਕ ਪੱਤਰਕਾਰ ਨੇ ਇੱਕ ਕਿਤਾਬ ਲਿਖੀ ਸੀ, ਵੈਸੇ ਤਾਂ ਹੋਰ ਵੀ ਬੰਦਿਆਂ ਨੇ ਬਹੁਤ ਲਿਖਿਆ ਹੈ, ਉਹਨੇ ਕਾਫੀ ਡੀਟੇਲ ਲਿਖੀਆਂ ਕਿ ਪਾਕਿਸਤਾਨੀ ਆਰਮੀ ਕਿੰਨਾ ਬਜਟ ਖਾਂਦੀ ਆ। ਉਹ ਬਜਟ ਇਸੇ ਕਰਕੇ ਖਾਂਦੀ ਕਿ ਉਹਨਾਂ ਨੇ ਇੱਕ ਹਊਆ ਪੈਦਾ ਕੀਤਾ ਹੈ ਵੀ ਹਿੰਦੁਸਤਾਨ ਨੇ ਸਾਨੂੰ ਆਹ ਕਰ ਦੇਣਾ, ਸਾਨੂੰ ਆਹ ਕਰ ਦੇਣਾ। ਹੁਣ ਇੱਕ ਥੀਸਿਸ ਕਿਸੇ ਨੇ ਲਿਖਿਆ ਸੀ ਗਲੋਬਲ ਪੋਲਿਟਿਕਸ ਤੇ, ਉਹਨਾਂ ਨੇ 1960 ਤੋਂ ਲੈ ਕੇ 1990 ਤਾਈਂ US ਦੇ ਡਿਫੈਂਸ ਬਜਟ ਦੀ ਗੱਲ ਕੀਤੀ ਹੈ। ਉਹ ਕਹਿੰਦੇ ਕਿ ਇਹਨਾਂ ਦਿਨਾਂ ਦੇ ਇਹ 30 ਸਾਲਾਂ ਦੇ ਵਿੱਚ ਲਗਾਤਾਰ ਬਜਟ ਜਿਹੜਾ ਪੇਸ਼ ਕੀਤਾ ਜਾਂਦਾ ਫਰਵਰੀ ਮਾਰਚ ਦੇ ਵਿੱਚ। ਹਾਂਜੀ। ਤੇ ਉਹਨਾਂ ਦਿਨਾਂ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਸੋਵੀਅਤ ਸਬਮਰੀਨ ਅਮਰੀਕਨ ਪਾਣੀਆਂ 'ਚ ਆ ਗਈ ਹੈ, ਜਾਨੀ ਖਬਰਾਂ ਆ ਗਈਆਂ ਸੀਗੀ ਜਾਂ ਨਹੀਂ ਇਹ ਜੁਦੀ ਗੱਲ ਹੈ। ਪਰ ਉਹ ਖਬਰਾਂ ਕੌਣ ਛਪਾਉਂਦਾ ਸੀ? ਡਿਫੈਂਸ ਇੰਡਸਟਰੀ ਵਾਲੇ, ਤਾਂ ਕਿ ਲੋਕੀ ਫਿਰ ਡਰਨ ਕਿ ਸੋਵੀਅਤ ਸਬਮਰੀਨ ਜਿਹੜੀ ਪਣਡੁੱਬੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਇੱਥੇ ਆ ਗਈ ਆ ਤੇ ਸਾਨੂੰ ਤਬਾਹ ਕਰ ਸਕਦੇ ਆ। ਸੋ ਉਹਨਾਂ ਦਿਨਾਂ ਦੇ ਵਿੱਚ 7% ਵਧਾ ਦਿਓ, 8% ਵਧਾ ਦਿਓ, ਡਿਫੈਂਸ ਬਜਟ ਵਧਾ ਦਿਓ,
एजुकेशन वाले ध्यान ना दो। चंगी गल है, लोकी पढ़नगे तो सानू सवाल करनगे, इन्हां नूं अनपढ़ ही रखो, चंगी गल है जी। ना ही तो कोई सवाल करूगा ते ना कोई जवाब देना पऊगा। वैसे तो इत्थे पढ़े लिखे भी नहीं करते, ये भी भुलेखा ही आ उन्हां नूं, वो भी चुप करके बैठे आ पिछलियां लाइनां ते हैल्थ केयर दा कोई ध्यान नहीं, कोई इंफ्रास्ट्रक्चर का कोई ध्यान नहीं कि लोगों को सेवावां देनियां चाहिए, उन्हां दा कोई ध्यान नहीं है। सिर्फ ते सिर्फ डिफेंस बजट वाल ध्यान देना। सो उत्थे पाकिस्तान च भी यही है, इंडिया च भी यही है। उन्होंने पता है कि साडा दाल फुलका इसे ते गल ते चलदा जे दुश्मनी होवे। हुण जे दियानतदारी ना कोई बंदे ने सोचना होवे, जिन्हें इलैक्शन नहीं जितनी, जिन्हें ना पाकिस्तान च ना इंडिया च, वो सोचे हुण पाकिस्तान जिहदा कश्मीर दा मसला पिया आ, पहला कश्मीर चलो महाराज साहब दे एक उदों प्रोविंस हुंदी सी सरकारे खालसा दी, लाहौर दरबार दे अंडर सी, महाराजा रणजीत सिंह दे अंडर। उदों कश्मीर एक प्रोविंस सी, पेशावर एक सी, लाहौर एक सी, मुल्तान, 4 सूबे सन। उन्हां दे जिहड़ा प्रधान मंत्री हुंदा सी ध्यान सिंह दा बड़ा भरा गुलाब सिंह। ध्यान सिंह बाद दे विच उहदा रोल बहुत माड़ा निकलिया। ਉਹ 19 ਗੱਡੇ ਲੈ ਕੇ ਗਿਆ। ਚੋਰਾਂ ਦੀ ਫੈਮਿਲੀ ਆ ਜਿਹੜੀ ਜੰਮੂ ਤੇ ਕਸ਼ਮੀਰ ਦੇ ਰਾਜੇ ਬਣੇ ਫਿਰਦੇ ਆ, ਵੱਡੇ ਚੋਰਾਂ ਦੀ ਫੈਮਿਲੀ ਹੈ। ਇਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਣਾ ਚਾਹੀਦਾ ਵੈਸੇ ਤਾਂ। ਉਹਨਾਂ ਦੇ ਘਰਾਂ 'ਚ ਹੁਣ ਮਹਾਰਾਜਾ ਪਟਿਆਲਾ ਜਿਹੜਾ ਆਪਣੇ ਆਪ ਨੂੰ ਕਹਿੰਦਾ, ਉਹਨੇ ਆਪਣਾ ਪੋਤਾ ਮੰਗਿਆ, ਉਹਨਾਂ ਦੇ ਵਿਆਹ ਐਕਚੁਅਲੀ। ਇਹ 19 ਗੱਡੇ ਚੋਰੀ ਕਰਕੇ ਹੀਰੇ ਜਵਾਹਰਾਤ ਸੋਨਾ ਚਾਂਦੀ ਲੈ ਕੇ ਗਿਆ ਲਾਹੌਰੋਂ ਗੁਲਾਬ ਸਿੰਘ। ਐਕਚੁਅਲੀ ਤਾਂ ਕੋਹੇ-ਨੂਰ ਹੀਰਾ ਲੈ ਕੇ ਵੀ ਨੱਠ ਚੱਲਿਆ ਸੀ, ਜੇਬ 'ਚ ਪਾਇਆ ਸੀ। ਕੋਹੇ-ਨੂਰ ਹੀਰਾ ਬਹੁਤ ਵੱਡਾ ਸੀ, ਇਹਦੀ ਜੇਬ 'ਚ ਪਾਇਆ ਸੀ ਤੇ ਉਹ ਮੋਹਰੇ ਮਹਾਰਾਜਾ ਸ਼ੇਰ ਸਿੰਘ ਆ ਗਿਆ ਕੁਦਰਤੀ ਰੇਹੜੀ ਦੇ ਵਿੱਚ। ਮਹਾਰਾਜਾ ਸ਼ੇਰ ਸਿੰਘ ਬਹੁਤ ਵੱਡਾ ਸੀ, ਬਹੁਤ ਗੱਭਰੂ ਜਵਾਨ ਸੀ। ਉਹਨਾਂ ਨੇ ਦੇਖਿਆ ਵੀ ਇਹਦੀ ਜੇਬ ਦੇ ਵਿੱਚ ਹੀਰਾ ਲਈ ਫਿਰਦਾ, ਤੇ ਫਿਰ ਉਹਨੇ ਕੰਬਦੇ ਨੇ ਦਬਾ ਹੀਰਾ ਲੈ ਕੇ ਕੱਢ ਕੇ ਮਹਾਰਾਜਾ ਸਾਹਿਬ ਨੂੰ ਫੜਾਤਾ। ਕਹਿੰਦਾ ਮੈਂ ਤਾਂ ਇਹ ਉੱਥੋਂ ਚੱਕ ਕੇ ਲਿਆਇਆ ਸੀ, ਤੋਸ਼ਖਾਨੇ 'ਚੋਂ ਕੋਈ ਹੋਰ ਨਾ ਚੱਕ ਜਾਵੇ। ਫੜਿਆ ਗਿਆ ਤਾਂ ਮਤਲਬ ਚੋਰ ਫੜਿਆ ਗਿਆ ਤਾਂ ਪਤਾ ਲੱਗ ਗਿਆ ਉਹਨੂੰ ਜੀ। ਤੇ ਉਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਦੇ ਹੱਥ ਆਇਆ ਤੇ ਫਿਰ ਇਵੈਂਚੁਅਲੀ ਤਾਂ ਖੈਰ ਗੋਰੇ ਲੈ ਗਏ, ਅੰਗਰੇਜ਼ ਲੈ ਗਏ ਚੱਕ ਕੇ ਉੱਥੋਂ। ਚੋਰੀ ਹੋਣਾ ਸੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਗਏ ਚੋਰੀ। ਪਰ ਇਹ ਇਹਨਾਂ ਦੀ ਫੈਮਿਲੀ ਦੀ ਗੱਲ ਕਰਦਾ, ਜਿਹੜੇ ਜੰਮੂ ਕਸ਼ਮੀਰ ਦੇ ਰਾਜੇ ਸੀ, ਡੋਗਰੇ ਸੀ। ਗੁਲਾਬ ਸਿੰਘ ਨੇ ਉੱਥੇ ਜਾ ਕੇ ਇੱਕ ਵਾਰੀ, ਜਿਹੜੀ ਕਿ ਮਹਾਰਾਜ ਸਾਹਿਬ ਨਹੀਂ ਸੀ ਇੱਦਾਂ ਕਰਦੇ, ਜੇ ਕਿਸੇ ਦਾ ਧਰਮ ਆ ਉਹ ਆਪਣੇ ਧਰਮ ਦੇ ਵਿੱਚ ਜੋ ਵੀ ਮਰਜ਼ੀ ਕਰਨਾ, ਉਹ ਮਦਰਸਿਆਂ ਨੂੰ ਵੀ ਪੈਸੇ ਦਿੰਦੇ ਸੀ, ਜਿਹੜੇ ਧਰਮਸ਼ਾਲਾ ਨੂੰ ਵੀ ਪੈਸੇ ਦਿੰਦੇ ਹੁੰਦੇ ਸੀ। ਇਹਨੇ ਗੁਲਾਬ ਸਿੰਘ ਨੇ ਇੱਕ ਵਾਰੀ ਘਰ ਵਾਪਸੀ ਸੁਣਦੇ ਹੋਣੇ ਸ਼ਬਦ ਹੁਣ ਸਾਡੇ ਬਹੁਤ ਚੱਲਦਾ ਹੈ, ਹਾਂਜੀ, ਕਿ ਧਰਮ ਬਦਲੋ, ਘਰ ਵਾਪਸੀ ਉਹਨੂੰ ਲੈ ਕੇ ਆਓ। ਵੈਸੇ ਜਦੋਂ ਕਿ ਪੋਲੀਟੀਸ਼ੀਅਨ ਵੀ ਪਾਰਟੀ ਚੇਂਜ ਕਰ ਲੈਂਦੇ ਆ ਹਨਾ, ਫਿਰ ਉਹਨੂੰ ਵੀ ਕਹਿੰਦੇ ਘਰ ਵਾਪਸੀ ਉਹਨੂੰ ਵੀ ਕਹਿੰਦੇ ਆ। ਤੇ ਉਹਦਾ ਜ਼ਿਆਦਾ ਤੌਰ ਤੇ ਉਹ ਚੱਲਦੇ ਆ ਕਿ ਕਿਸੇ ਦੀ ਜ਼ਾਤ ਚੇਂਜ ਕਰਨੀ, ਕਿਸੇ ਦਾ ਧਰਮ ਚੇਂਜ ਕਰਨਾ, ਘਰ ਵਾਪਸੀ ਲੈ ਕੇ ਆਏ ਅਸੀਂ ਨੂੰ। ਇਹ ਘਰ ਵਾਪਸੀ ਜੰਮੂ ਕਸ਼ਮੀਰ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਗੁਲਾਬ ਸਿੰਘ ਨੇ ਇੱਕ ਵਾਰ ਪ੍ਰੋਗਰਾਮ ਬਣਾਇਆ ਕਿ ਇਹਨਾਂ ਦੀ ਘਰ ਵਾਪਸੀ ਕੀਤੀ ਜਾਵੇ, ਸਾਰਿਆਂ ਨੂੰ ਹਿੰਦੂ ਬਣਾਇਆ ਜਾਵੇ। ਉਸ ਵੇਲੇ ਦੀ ਜਿਹੜੇ ਕਾਸ਼ੀ ਦੇ ਵਿੱਚ ਜਿਹਨੂੰ ਅਸੀਂ ਵਾਰਾਣਸੀ ਕਹਿੰਦੇ ਹਾਂ, ਉੱਥੇ ਦੇ ਜਿਹੜੇ ਪੰਡਤ ਸੀ ਉਹਨਾਂ ਦੀ ਜ਼ਰੂਰਤ ਸੀ, ਉਹਨਾਂ ਨੇ ਹਾਂ ਕਰਨੀ ਸੀ, ਉਹਨਾਂ ਨੇ ਆਉਣਾ ਸੀ ਘਰ ਵਾਪਸੀ ਲਈ, ਇਹਨਾਂ ਦੀ ਜੋ ਵੀ ਪੂਜਾ ਪਾਠ ਕਰਨ ਲਈ, ਉਹਨਾਂ ਨੇ ਨਾ ਕਰਦੀ। ਸੋ ਇਹਨਾਂ ਦਾ ਪ੍ਰੋਗਰਾਮ ਵੈਸੇ ਦਾ ਵੈਸੇ ਰਹਿ ਗਿਆ। ਜਿੱਦਾਂ ਦਾ ਇਹ ਪਰਿਵਾਰ ਸੀ, ਤੁਸੀਂ ਦੇਖੋ ਸੰਸਾਰ ਚੰਦ ਰਾਜਾ ਹੁੰਦਾ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਕਾਂਗੜੇ ਦਾ। ਉਹਦੀ ਇੱਕ ਛੋਟੀ ਕੁੜੀ, ਉਹਦੇ ਮਤਲਬ ਕਈ ਵਾਈਫ ਹੋਣੀਆਂ, ਉਹਦੀਆਂ 50 ਹੋਣੀਆਂ, ਜਿੱਦਾਂ ਸਾਡੇ ਉਦੋਂ ਰਾਜਾ ਮਹਾਰਾਜਿਆਂ ਦੇ ਬਹੁਤ ਵਿਆਹ ਹੁੰਦੇ ਸੀ, ਹਾਂਜੀ। ਤੇ ਉਹ ਸਭ ਤੋਂ ਛੋਟੀ ਜਿਹੜੀ
ਦੋ ਕੁੜੀਆਂ ਤਾਂ ਉਹਦੀਆਂ ਮਹਾਰਾਜਾ ਸਾਹਿਬ ਨੂੰ ਵਿਆਹੀਆਂ ਸੀ। ਇਹਨਾਂ ਨੇ ਉਹਦੇ ਮੁੰਡੇ ਕੋਲੋਂ ਰਿਸ਼ਤਾ ਮੰਗਿਆ ਕੁੜੀ ਦਾ, ਡੋਗਰੇ ਧਿਆਨ ਸਿੰਘ ਦੀ ਮੁੰਡੇ ਹੀਰਾ ਸਿੰਘ ਲਈ। ਮਹਾਰਾਜ ਸਾਹਿਬ ਨੇ ਜਾ ਕੇ ਕਿਹਾ ਕਿ ਇਹਨੂੰ ਛੋਟੀ ਦਾ ਵਿਆਹ ਕਰ ਦਿਓ। ਸੰਸਾਰ ਚੰਦ ਦੀ ਵਾਈਫ ਜਿਹੜੀ ਸੀ ਉਹ ਕਹਿੰਦੀ ਕਿ ਇਹਦਾ ਗਲਾ ਨਾ ਘੁੱਟ ਦੂੰਗੀ। ਇਹ ਤਾਂ ਹੁਣ ਨਵੇਂ ਅਮੀਰ ਬਣੇ, ਇਹਨਾਂ ਦਾ ਦਿਮਾਗ ਫਿਰ ਗਿਆ। ਇਹ ਨੰਗ ਭੁੱਖ ਪਰਿਵਾਰ ਜਿਹੜਾ ਆ, ਇਹਨਾਂ ਦੇ ਵਿੱਚ ਅਸੀਂ ਧੀਆਂ ਦੇਣੀਆਂ। ਉਹ ਦੋ ਜਣੇ ਨੱਠ ਗਏ, ਆਪਣਾ ਰਾਜ ਭਾਗ ਛੱਡ ਕੇ ਨੱਠ ਗਏ ਉੱਥੋਂ ਕਾਂਗੜੇ ਤੋਂ। ਤਾਂ ਫਿਰ ਜਾ ਕੇ ਉਹਨਾਂ ਨੇ ਗੜਵਾਲ ਦੇ ਰਾਜੇ ਨਾਲ ਦੋਏ ਕੁੜੀਆਂ ਵਿਆਹੀਆਂ, ਦੋਏ ਛੋਟੀਆਂ ਕੁੜੀਆਂ। ਤੇ ਇਹ ਇਹਨਾਂ ਦੀ ਫੈਮਿਲੀ ਆ ਜਿਹੜੀ ਡੋਗਰੇ ਜੰਮੂ ਕਸ਼ਮੀਰ ਦੇ ਰਾਜੇ ਹੁੰਦੇ ਸੀ। ਇਹਨਾਂ ਨੇ ਜੋ ਕੁਛ ਕੀਤਾ, ਅਤਿਆਚਾਰ ਕੀਤਾ, ਉਹ ਇਤਿਹਾਸ ਗਵਾਹ ਆ। ਪਰ ਜੇ ਹੁਣ ਚਲੋ ਸਾਰੀਆਂ ਗੱਲਾਂ ਛੱਡ ਦਈਏ, 47 ਦੇ ਵਿੱਚ ਜੋ ਕੁਛ ਹੋਣਾ ਸੀ ਉਹ ਹੋ ਗਿਆ। ਪਰ ਜੇ ਸ਼ਾਂਤੀ ਨਾਲ ਰਹਿਣਾ ਆ, ਹੁਣ ਤੁਸੀਂ ਇੱਥੋਂ ਜਾਂਦੇ ਆ, ਕੋਵਿਡ ਦਾ ਕਰਕੇ ਤਾਂ ਬੰਦ ਸੀ ਇਹ ਬਾਰਡਰ। ਹਾਂਜੀ, ਤੁਸੀਂ ਉੱਦਾਂ ਹੀ ਜਾਂਦੇ ਆ ਜੀ, ਉੱਥੇ ਦਿਖਾਲਦੇ ਆ। ਅਸੀਂ ਪਹਿਲਾਂ ਜਾਂਦੇ ਹੁੰਦੇ ਸੀ, ਡਰਾਈਵਰ ਲਾਇਸੈਂਸ ਦਿਖਾ ਕੇ ਚੱਲ ਜਾਂਦੇ ਹੁੰਦੇ ਸੀ। ਉਦੋਂ ਹਾਲੇ 9/11 ਦੀਆਂ ਘਟਨਾਵਾਂ ਨਹੀਂ ਸੀ ਹੋਈਆਂ ਜੀ, ਉਹਦੇ ਤੋਂ ਬਾਅਦ ਜ਼ਿਆਦਾ ਸਿਕਿਉਰਿਟੀ ਹੋਈ ਹੈ। ਹਾਂਜੀ, ਪਹਿਲਾਂ ਤਾਂ ਉਹ ਦੇਖਦੇ ਹੀ ਨਹੀਂ ਸੀ, ਕਹਿਣਾ ਮੇਰੇ ਤੋਂ ਡਰਾਈਵਰ ਲਾਇਸੈਂਸ, ਉਹ ਕਹਿੰਦੇ ਉਹ ਵੀ ਨਹੀਂ ਦੇਖਦੇ ਹੁੰਦੇ, ਜਾ ਕਹਿਣਾ ਕੋਈ ਏਦਾਂ ਦਾ। ਜੇ ਕਸ਼ਮੀਰ ਇੱਕ ਪਾਸੇ ਪਾਕਿਸਤਾਨ ਦੇ ਵਿੱਚ, ਇੱਕ ਪਾਸੇ ਹਿੰਦੁਸਤਾਨ ਦੇ ਵਿੱਚ, ਗੱਭੇ ਜਿਹਾ ਏਦਾਂ ਦਾ ਬਾਰਡਰ ਬਣਾ ਲੈਣ ਕਿ ਜੇ ਉਧਰੋਂ ਇੱਧਰ ਆਉਣ ਜਾਂ ਇੱਧਰੋਂ ਉਧਰੋਂ ਜਾਣਾ ਚਾਹੁੰਦੇ ਆ, ਯੂਰਪੀਅਨ ਯੂਨੀਅਨ ਵਾਂਗੂ ਉੱਥੇ ਜੇ ਤੁਸੀਂ ਕੰਮ ਵੀ ਕਰਨਾ ਚਾਹੁੰਦੇ ਆ ਇੱਕ ਦੂਸਰੇ ਦੇ, ਕਰ ਸਕਦੇ ਆ। ਸੇਵਾਵਾਂ ਜਿਹੜੀਆਂ ਸਰਵਿਸਿਜ਼ ਮਿਲਦੀਆਂ ਇੱਕ ਜਗ੍ਹਾ ਵੀ ਮਿਲ ਜਾਂਦੀਆਂ, ਦੂਸਰੀ ਜਗ੍ਹਾ ਵੀ ਮਿਲ ਸਕਦੀਆਂ। ਜਿਹੜੀ ਕੋਈ ਕਮੋਡਿਟੀਜ਼ ਪ੍ਰੋਡਿਊਸ ਕਰਦੇ ਆ ਉਹ ਇੱਧਰ ਵੀ ਵਿਕ ਸਕਦੀ, ਉੱਧਰ ਵੀ ਵਿਕ ਸਕਦੀ ਹੈ। ਕੋਈ ਇੱਦਾਂ ਦਾ ਰਾਜ ਪ੍ਰਬੰਧ ਕਰ ਦੇਣ ਕਿ ਬੰਦਾ, ਜਿੱਦਾਂ ਹੁਣ ਸਾਡੇ ਪੰਜਾਬ ਦੇ ਵਿੱਚ ਆ, ਬੰਦਾ ਆਰਾਮ ਨਾਲ ਚਾਹ ਅੰਮ੍ਰਿਤਸਰੋਂ ਪੀਵੇ ਤੇ ਕਬਾਬ ਖਾ ਕੇ ਆਵੇ ਲਾਹੌਰ ਤੋਂ ਸ਼ਾਮ ਨੂੰ। ਉਹ ਤੁਸੀਂ ਬਾਰਡਰ ਤੋਂ 30 ਕਿਲੋਮੀਟਰ ਦੂਰ ਆ ਜੀ, ਘੰਟੇ ਜਾ ਕੇ ਬੰਦਾ ਮੁੜਿਆ ਹੁੰਦਾ। ਪਰ ਉੱਥੇ ਤੁਸੀਂ ਜਾ ਕੇ ਦੇਖੋ ਕਿੱਦਾਂ ਲੱਤਾਂ ਤਾਂ ਨੂੰ ਮਾਰਦੇ ਆ, ਪਰੇਡ ਕਰਦੇ ਆ, ਦੁਸ਼ਮਣ ਹੁੰਦੇ ਆ। ਇਕੱਠੇ ਇੱਥੋਂ ਗਏ ਆ, ਅਸੀਂ ਉੱਥੋਂ ਉੱਠ ਕੇ ਆਏ। ਇੱਕ ਮਾਂ ਦੇ ਪੁੱਤ ਆ, ਪਿਛਲੇ ਹਫ਼ਤੇ ਅਸੀਂ ਕਿਸੇ ਨਾਲ ਗੱਲ ਕਰਦੇ ਸੀ ਟੋਰਾਂਟੋ ਤੋਂ। ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਉਹ ਸਿੱਖ ਹੁੰਦੇ ਸੀ ਤੇ ਬਾਅਦ 'ਚ ਮੁਸਲਮਾਨ ਬਣੇ। ਇੱਕ ਹੀ ਪਰਿਵਾਰ ਸਨ। ਚਲੋ 47 ਦਿਮਾਗ ਖਰਾਬ ਹੋਇਆ ਤੁਹਾਡਾ, ਤੁਸੀਂ ਬਟਵਾਰਾ ਕਰ ਲਿਆ। ਹੁਣ ਤਾਂ ਇੱਦਾਂ ਦਾ ਸਿਸਟਮ ਬਣਾ ਦਿਓ ਜਿੱਦਾਂ ਦਾ ਸਾਡੇ ਆ ਜੀ। ਇਦੋਂ ਵਧੀਆ ਯੂਰਪੀਅਨ ਯੂਨੀਅਨ ਦੇ ਵਿੱਚ ਆ, ਉੱਥੇ ਕੁਛ ਨਹੀਂ, ਕੋਈ ਨਹੀਂ ਪੁੱਛਦਾ। ਤੁਸੀਂ ਇੱਕ 28 ਮੁਲਕਾਂ ਦੇ ਵਿੱਚ ਜਾਣਾ ਆ, ਕੋਈ ਪਾਸਪੋਰਟ ਦੀ ਜ਼ਰੂਰਤ ਨਹੀਂ, ਕੋਈ ਕੁਛ ਨਹੀਂ। ਤੁਹਾਡੇ ਆਈਡੀਜ਼ ਦੇਖਦੇ ਆ, ਯੂਰਪੀਅਨ ਯੂਨੀਅਨ ਦੀ ਕੋਈ ਆਈਡੀ ਹੈਗੀ, ਤੁਸੀਂ ਆਰਾਮ ਨਾਲ ਜਾਂਦੇ ਆ, ਦੂਸਰੇ ਦੇਸ਼ ਦੇ ਵਿੱਚ ਮੁੜੇ ਆਉਂਦੇ। ਇੱਕ ਜਗ੍ਹਾ ਜਾਂਦੇ, ਇੱਕ ਤਾਂ ਉਹ ਕੰਟੀਨੈਂਟ ਛੋਟਾ ਆ, ਤੁਸੀਂ ਇੱਕ ਦਿਨ ਜਾ ਕੇ ਕਿਤੇ ਮੁੜ ਕੇ ਆ ਸਕਦੇ ਆ। ਸਾਡੇ ਤਾਂ ਜਾ ਕੇ ਅਸੀਂ ਬਾਰਡਰ ਤੇ ਰਹਿਣੇ ਕਰਕੇ ਜਾ ਕੇ ਆ ਸਕਦੇ ਆ, ਨਹੀਂ ਤਾਂ ਵੈਸੇ ਕੈਨੇਡਾ ਜਾਣਾ ਹੋਵੇ ਤਾਂ ਇੱਕ ਦਿਨ ਤਾਂ ਫਲਾਈ ਕਰਨ ਨੂੰ ਲੱਗ ਜਾਂਦਾ, ਦੂਸਰਾ ਪਾਸੇ ਜਾਣਾ ਹੋਵੇ, ਨਿਊਫਾਊਂਡਲੈਂਡ ਨੂੰ ਜਾਣਾ ਹੋਵੇ। ਤੇ ਇਸ ਤਰ੍ਹਾਂ ਦਾ ਸਿਸਟਮ ਹੋਵੇ ਤਾਂ ਸਾਨੂੰ ਉਹ ਜਿਹੜੀਆਂ ਗਰਮਜੋਸ਼ੀ ਦੀਆਂ ਗੱਲਾਂ ਆ ਉਹ ਹੈਗੀਆਂ ਸਿਆਸਤੀਆਂ। ਹਾਂਜੀ, ਅਸੀਂ ਜੀ ਕਸ਼ਮੀਰ ਲੈ ਕੇ ਰਹਾਂਗੇ, ਅਸੀਂ ਕਸ਼ਮੀਰ 'ਚ ਆਹ ਕਰ ਦੇਵਾਂਗੇ, ਅਸੀਂ ਕਸ਼ਮੀਰ 'ਚ ਉਹ ਕਰ ਦੇਵਾਂਗੇ। ਕਸ਼ਮੀਰ ਪਤਾ ਨਹੀਂ ਕਿੱਥੇ ਲੈ ਜਾਣਾ ਇਹਨੇ, ਕਸ਼ਮੀਰ ਤਾਂ ਉੱਥੇ ਹੀ ਰਹਿਣਾ। ਹਾਂਜੀ, ਦੋਹਾਂ ਪਾਸਿਆਂ ਦੀ ਗੱਲ ਹੈ। ਬਿਆਨਬਾਜ਼ੀ ਦੋਹਾਂ ਪਾਸੇ, ਦੋਏ ਪਾਸੇ ਆਪਣੀਆਂ ਰੋਟੀਆਂ ਤੱਤੀਆਂ ਕਰਦੇ ਆ ਕਸ਼ਮੀਰ ਦੀ ਇਸ਼ੂ ਤੇ ਜੀ। ਤਾਂ ਉਹਨਾਂ ਦਾ ਘਾਣ ਹੋ ਰਿਹਾ ਵਿਚਾਰਿਆਂ ਨੂੰ ਜੀ, ਮਾਰਾਮਾਰੀ ਚੱਲ ਰਹੀ ਆ। ਤਾਲਿਬਾਨ ਵਾਲੇ ਆਏ ਆ ਤਾਂ ਉਹ ਕਹਿੰਦੇ ਆ ਅਸੀਂ ਕਸ਼ਮੀਰ ਦੇ ਹੱਕ 'ਚ ਆ ਜੀ, ਅਸੀਂ ਕਸ਼ਮੀਰ 'ਚ। ਉਹ ਕੀ ਕਰ ਹੱਕ 'ਚ ਕਿੱਦਾਂ ਅੱਗ ਲਾ ਸਕਦੇ ਆ, ਹੋਰ ਤਾਂ ਕੁਛ ਕਰ ਨਹੀਂ ਸਕਦੇ। ਅਸੀਂ ਬੰਦੂਕਾਂ ਭੇਜ ਦਾਂਗੇ, ਅਸੀਂ ਆਹ ਭੇਜ ਦਿਆਂਗੇ। ਉਧਰੋਂ ਬੰਦੂਕਾਂ ਕਿਹਨਾਂ ਨੂੰ ਭੇਜਣੀਆਂ, ਉਹਨਾਂ ਨੂੰ ਮੁੰਡਿਆਂ ਨੂੰ ਭੇਜੋਗੇ। ਮੂਹਰੇ ਉਹਨਾਂ ਦੀ ਇੰਡੀਅਨ ਆਰਮੀ ਬੈਠੀ ਆ, ਕੋਈ ਗੱਲ ਨਹੀਂ, ਉਹ ਕੱਲ ਦੀ ਨਹੀਂ ਬੈਠੀ, ਉਹ ਬੈਠੇ ਰਹਿਣਗੇ, ਕੋਈ ਗੱਲ ਨਹੀਂ। ਬੜੀ ਵੱਡੀ ਆਰਮੀ ਹੈ ਜੀ, ਡਿਫੈਂਡ ਕਰਨਾ ਆਉਂਦਾ ਉਹਨਾਂ ਨੂੰ। ਪਰ ਅਕਲ ਦੀ ਗੱਲ ਤਾਂ ਇਹ ਆ ਕਿ ਦੋਹਾਂ ਪਾਸਿਆਂ ਤੇ ਹੀ ਪੰਜਾਬ ਵੀ ਲਾਗੇ ਆ, ਵੱਡਾ ਪੰਜਾਬ ਤਾਂ ਉਧਰ ਆ ਨਾ। ਹਾਂਜੀ,
ਤੇ ਛੋਟਾ ਜਿਹਾ ਪੰਜਾਬ ਸਾਡੇ ਵਾਲੇ, ਚੜ੍ਹਦਾ ਪੰਜਾਬ ਇੱਧਰ। ਜੇ ਇਸੇ ਤਰ੍ਹਾਂ ਕਸ਼ਮੀਰ ਨੂੰ ਕਰ ਦੇਣ, ਉਹ ਆਉਣ ਜਾਣ ਕੋਈ ਦਿੱਕਤ ਨਹੀਂ ਹੈ, ਸਦਭਾਵਨਾ ਕਾਇਮ ਰਵੇ ਉਹਨਾਂ ਦੀ। ਜੇ ਸ਼ੁਰੂਆਤ ਹੀ ਕਮ ਸੇ ਕਮ ਕਰਨੀ ਆ ਸੱਭਿਆਚਾਰ ਤੋਂ ਕਰ ਦੋ, ਇੱਕ ਦੂਸਰੇ ਦੇ ਗਾਉਣ ਵਾਲੇ ਹੀ ਚੱਲ ਜਾ ਕਰਨ, ਆ ਜਾ ਕਰਨ। ਹਾਂਜੀ, ਕਬੱਡੀ ਖੇਲਣ ਆ ਜਾ ਕਰਨ, ਕਬੱਡੀ ਖੇਲਣ ਅਸੀਂ ਚੱਲ ਜਾਇਆ ਕਰਾਂਗੇ ਉੱਥੇ। ਫਿਰ ਸਿਆਸੀ ਰੋਟੀਆਂ ਕਿਵੇਂ ਸੇਕਣਗੇ? ਸਿਆਸੀ ਰੋਟੀਆਂ ਸੇਕਣ ਲਈ ਇਹਨਾਂ ਨੇ ਅੱਗ ਲਾਈ ਪਈ ਆ, ਜਿੱਦਾਂ ਹੁਣ ਇੱਥੇ ਅੱਗ ਲਾਉਂਦੇ ਫਿਰਦੀ ਕਿ ਨੇ ਵੀ ਇਹ ਸਿਆਸੀ ਸੋਚ ਨੇ ਮਾਰਤੀ ਦੁਨੀਆ। ਆ ਯੂਕਰੇਨ ਦੇ ਵਿੱਚ ਕੀ ਹੋਇਆ? ਸਿਆਸੀ ਸੋਚ ਆ ਜਿਹੜੀ ਪ੍ਰੈਜ਼ੀਡੈਂਟ ਪਹਿਲਾਂ ਮੰਨਦਾ ਨਹੀਂ ਸੀ, ਉਹ ਨੇਟੋ ਦੇ ਅਸੀਂ ਜੁਆਇਨ ਕਰਕੇ ਰਹਿਣਾ, ਅਸੀਂ ਐਪਲੀਕੇਸ਼ਨ ਨਹੀਂ ਵਿਦਡਰਾ ਕਰਨੀ, ਹੁਣ ਉਦੋਂ ਦਾ ਮਿਹਨਤਾਂ ਕਰਨ ਲੱਗਾ ਹੈ। ਹਾਂਜੀ, 40 ਲੱਖ ਤੋਂ ਵੱਧ ਲੋਕੀ ਉੱਥੇ ਤੁਰੇ ਫਿਰਦੇ ਆ ਰਿਫਿਊਜੀ ਬਣ ਕੇ ਦੁਨੀਆ ਦੇ ਵਿੱਚ ਜੀ। ਕਿੰਨਾ ਜਾਨੀ ਮਾਲੀ ਨੁਕਸਾਨ ਹੋ ਗਿਆ, ਲੋਕ ਬੇਘਰ, ਹਜ਼ਾਰਾਂ ਲੋਕੀ ਮਰ ਗਏ ਜੀ, ਸਿਆਸਤਾਂ ਕਰਕੇ ਮਰੇ। ਹਾਂਜੀ, ਲੋਕੀ ਹੋਰ ਤਾਂ ਨਹੀਂ ਕੋਈ ਗੱਲ, ਚਲੋ ਪੈਂਡੈਮਿਕ ਦਾ ਕਰਕੇ ਤਾਂ ਚਲੋ ਬਿਮਾਰੀ ਸੀ ਕੋਈ, ਹਾਂਜੀ, ਕੁਦਰਤੀ ਆਫਤ ਸੀ, ਪਰ ਆ ਜਿਹੜੇ ਆਮ ਬੰਦੇ ਜਦੋਂ ਮਰਦੇ ਆ ਲੜਾਈਆਂ ਦੇ ਵਿੱਚ, ਇਹ ਸਿਆਸਤਾਂ ਕਰਕੇ ਮਰਦੇ। ਜੀ ਬਿਲਕੁਲ, ਲੜਾਈਆਂ ਦੇ ਵਿੱਚ ਤਾਂ ਹਮੇਸ਼ਾ ਨੁਕਸਾਨ ਹੀ ਹੁੰਦਾ, ਚਾਹੇ ਜਾਨੀ ਨੁਕਸਾਨ ਜਿੰਨਾ ਮਰਜ਼ੀ ਤੁਸੀਂ ਦੇਖ ਲਓ। ਜਿੰਨੀਆਂ ਵੀ ਲੜਾਈਆਂ ਹੈਗੀਆਂ, ਕਿੰਨਾ ਘਾਣ ਹੋਇਆ ਸਾਰੀਆਂ ਦੇ ਵਿੱਚ ਹੀ। ਡਾਕਟਰ ਸਾਹਿਬ, ਜਰਮਨੀ ਦੀ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਜਰਮਨ ਮਿਲਟਰੀ ਹੁਣ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰ ਸਕਦੀ। ਹੁਣ ਮੇਰਾ ਖਿਆਲ ਰੀਅਲਾਈਜ਼ ਕਰ ਲਿਆ ਉਹਨਾਂ ਨੇ ਕਿ ਅਮਰੀਕਾ ਵਾਲੇ ਕਹੀ ਜਾਂਦੇ ਇਹ ਤਾਂ ਆਪਣੇ ਹਥਿਆਰ ਵੇਚਣ ਲਈ ਕਹਿੰਦੇ ਆ, ਜਿੱਦਾਂ ਪਹਿਲਾਂ ਕੈਨੇਡਾ ਨੇ ਵੀ ਇਹ ਕਿਹਾ ਸੀ ਕਿ ਸਾਡੇ ਤੋਂ ਹਥਿਆਰ ਹੈ ਨਹੀਂ, ਜਿਹੜੇ ਦੇਣੇ ਸੀ ਦੇਤੇ ਸੀ। ਹੁਣ ਅਮਰੀਕਾ ਦੇ ਵਿੱਚ ਬਹੁਤ ਵੱਡੀ ਡਿਫੈਂਸ ਇੰਡਸਟਰੀ ਹੈ, 18% GDP ਦਾ ਜਿਹੜਾ ਆ ਉਹ ਕੰਟਰੋਲ ਕਰਦੇ ਆ। ਉਹਨਾਂ ਦੀ ਲੌਬੀ ਬਹੁਤ ਤਕੜੀ ਹੈ। ਜੇ ਕਾਂਗਰਸਮੈਨ ਖੜੇ ਹੁੰਦੇ ਆ, ਸੈਨੇਟਰਸ ਖੜੇ ਹੁੰਦੇ ਆ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਉਂਦੀਆਂ, ਬੜੇ ਪੈਸੇ ਦਿੰਦੇ ਉਹ, ਔਰ ਬਣਾਉਂਦੇ ਵੀ ਇਦਾਂ ਹੀ। ਹੁਣ F-35 ਨੇ ਸੈੱਲ ਕਰਨ ਲੱਗੇ ਸੀ, ਹਾਲਾਂਕਿ ਆਪ ਹੀ ਕਹਿੰਦੇ ਆ ਵੀ ਉਹ ਕੰਮ ਨਹੀਂ ਕਰਦਾ, ਆਪ ਹੀ ਉਹਦੇ ਵਿੱਚ ਕਿੰਨੀਆਂ ਸਾਰੀਆਂ ਖਾਮੀਆਂ ਦੱਸਦੇ ਆ, ਆਪ ਖਾਮੀਆਂ ਦੱਸਦੇ, ਸਾਨੂੰ ਵੇਚਣ ਲੱਗੇ ਆ ਤੇ ਅਸੀਂ ਖਰੀਦਣ ਵੀ ਜਾ ਰਹੇ ਆ। ਉਹ ਤਾਂ ਫਿਰ ਜੋ ਫੋਨ ਕਰਦੇ ਆ ਪ੍ਰੈਜ਼ੀਡੈਂਟ, ਤਾਂ ਜਸਟਿਨ ਟਰੂਡੋ ਨੇ ਪਹਿਲਾਂ ਹੀ ਜਸ ਕਿਹਾ ਹੁੰਦਾ ਉਹਨੂੰ, ਹੈਲੋ ਦੀ ਜਗ੍ਹਾ ਤੇ ਹੈਲੋ ਦੀ ਕਹੇ। ਹੁਣ ਇਹ ਪ੍ਰੈਸ਼ਰ ਪਾਉਂਦੇ, ਇਹਨਾਂ ਨੂੰ ਮੌਕਾ ਮਿਲ ਗਿਆ ਕਿ ਲੜਾਈ ਲੱਗੀ ਆ ਤੇ ਹੁਣ ਡਿਫੈਂਸ ਇੰਡਸਟਰੀ ਵੱਲੋਂ ਲੋਕਾਂ ਨੂੰ, ਵੱਖ-ਵੱਖ ਕੰਟਰੀਜ਼ ਨੂੰ, 30 ਦੇਸ਼ਾਂ ਨੂੰ ਵੇਚੇ ਜਾਣ ਹਥਿਆਰ। ਤੇ ਇਹ ਇਹਨਾਂ ਦੀ ਅਮਰੀਕਨ ਪਾਲਿਸੀ ਸੀ। ਇਹਨਾਂ ਨੇ ਇੰਟਰਨਲੀ ਕਿਹਾ ਸਾਰਿਆਂ ਦੇਸ਼ਾਂ ਨੂੰ ਕਿ ਜੇ ਤੁਹਾਡੇ ਤੋਂ ਹੈ ਨਹੀਂ, ਤੁਸੀਂ ਸਾਡੇ ਤੋਂ ਖਰੀਦ ਕੇ ਦੇ ਦਿਓ ਜੀ। ਸਿੱਧੀ ਗੱਲ ਹੈ ਵੀ ਤੁਸੀਂ ਹਥਿਆਰ ਜ਼ਰੂਰ ਦਿਓ। ਅੱਛਾ, ਉਹਦੇ ਵਿੱਚ ਪੋਲੈਂਡ, ਹੰਗਰੀ ਵਰਗੇ ਜਿਹੜੇ ਉਹ ਵੀ ਨੇਟੋ ਦੇ ਮੈਂਬਰਸ ਆ ਬੈਠੇ, ਹਾਂਜੀ, ਉਹ ਖੁਸ਼ ਆ। ਉਹਨਾਂ ਨੇ ਇੱਕ ਇਹਨਾਂ ਦੇ ਰੈਜ਼ੋਲੂਸ਼ਨ ਤੇ ਹੋਰ ਵਰਡ ਪਾਤਾ ਕਿ ਜਿਹੜੇ ਫਰੰਟ ਲਾਈਨ ਸਟੇਟਸ ਆ, ਯੂਕਰੇਨ ਤੋਂ ਬਾਅਦ ਪੋਲੈਂਡ, ਹੰਗਰੀ ਆਉਂਦੇ ਆ, ਉਹਨਾਂ ਨੂੰ ਵੀ ਹਥਿਆਰ ਦਿਓ। ਤੇ ਉਹਨਾਂ ਤੋਂ ਆਪਣੇ ਤੋਂ ਉਹ ਕਹਿੰਦੇ ਕਿ ਸਾਡੇ ਤੋਂ ਇੰਨੀ ਸਾਡੀ ਇਕਨੋਮੀ ਨਹੀਂ ਆ ਵੀ ਜਿਹੜੇ ਅਸੀਂ ਹਥਿਆਰ ਯੂਕਰੇਨ ਨੂੰ ਦੇ ਦੇਈਏ, ਪਰ ਉਹਨਾਂ ਨੂੰ ਮਿਲ ਜਾਣੇ ਆ। ਇਹਦਾ ਇਸ ਗੱਲ ਦੀ ਆਸ ਲਾਈ ਬੈਠੇ ਆ। ਇੰਗਲੈਂਡ ਦੇ ਵਿੱਚ ਵੀ ਡਿਫੈਂਸ ਇੰਡਸਟਰੀ ਕਾਫੀ ਆ, ਹਾਂਜੀ, ਪਰ ਫਿਰ ਵੀ ਉਹ 84% ਜਿਹੜੇ ਆ ਇੰਪੋਰਟ ਕਰਦੇ ਦੁਨੀਆ ਤੋਂ, ਉਹ ਅਮਰੀਕਾ ਤੋਂ ਕਰਦੇ ਆ ਹਥਿਆਰ। ਸੋ ਇਹਨਾਂ ਤੋਂ ਲੈ ਕੇ ਤਾਂ ਯੂਕਰੇਨ ਨੂੰ ਦੇਣੇ, ਉਹ ਜਰਮਨੀ ਵਾਲੇ ਹੁਣ ਸੋਚਦੇ ਆ। ਬਾਕੀ ਵੀ ਦੇਸ਼ਾਂ ਨੇ ਇਹ ਸਟੇਟਮੈਂਟਸ ਤਾਂ ਨਹੀਂ ਦਿੱਤੀਆਂ, ਜਿੱਦਾਂ ਹੁਣ ਸਾਡੀ ਡਿਫੈਂਸ ਮਿਨਿਸਟਰ ਨੇ ਦੇਤੀ, ਜਰਮਨੀ ਵਾਲਿਆਂ ਨੇ ਦੇਤੀ। ਬਾਕੀ ਫਰਾਂਸ ਵਾਲੇ ਰੌਲਾ ਪਾਉਂਦੇ ਆ, ਉਹਨਾਂ ਦੀ ਉਹ ਕਹਿੰਦੇ ਸਾਡੀ ਇਲੈਕਸ਼ਨ ਚੱਲਦੀ, ਅਸੀਂ ਕੋਈ ਫੈਸਲਾ ਨਹੀਂ ਕਰ ਸਕਦੇ। ਉਹ ਮੈਸੇਜ ਜਿਹੜਾ ਦੇਣਾ ਚਾਹੁੰਦੇ ਆ ਕਿ ਸਾਡੇ ਪੈਸੇ ਅਸੀਂ ਪਹਿਲਾਂ ਬਰਬਾਦ ਕਰਾਂਗੇ ਕਿ ਅਮਰੀਕਾ ਤੋਂ ਹਥਿਆਰ ਖਰੀਦੇ ਜਾਣ, ਉਹੀ ਹਥਿਆਰ ਫਿਰ ਤੁਹਾਨੂੰ ਮੁਫਤ ਦਿੱਤੇ ਜਾਣ। ਤੇ ਉੱਥੇ ਜਿਹੜੀ ਅਸੀਂ ਤੁਹਾਨੂੰ ਗੱਲ ਕਹਿੰਦੇ ਆ ਉਹ ਤੁਸੀਂ ਮੰਨਦੇ ਨਹੀਂ। ਗੱਲ ਉਹ ਇਹੀ ਕਹਿੰਦੇ ਆ ਯੂਕਰੇਨ ਨੂੰ ਕਿ ਤੁਸੀਂ ਲੜਾਈ ਬੰਦ ਕਰੋ, ਕਿਉਂਕਿ ਸਾਡੇ ਜੇ ਯੂਰਪੀਅਨ ਯੂਨੀਅਨ ਦੇ ਲੋਕਾਂ ਨੇ ਇਹ ਚਾਹੁੰਦੇ ਆ ਕਿ ਜਿਹੜੀਆਂ ਸੈਂਕਸ਼ਨਸ ਲਾਈਆਂ ਆ, ਜਿਹੜੀ ਖਾਸ ਤੌਰ ਤੇ ਐਨਰਜੀ ਤੇ
ਜੇ ਲਾਉਣਾ ਚਾਹੁੰਦੇ ਆ। ਹਾਲਾਂਕਿ ਐਨਰਜੀ ਦੇ ਸੋਰਸਸ ਜਿਹੜੇ ਆਇਲ ਤੇ ਗੈਸ ਉਦਾਂ ਹੀ ਆਉਂਦੇ ਆ ਜਿੱਦਾਂ ਪਹਿਲਾਂ ਆਉਂਦੇ ਸੀ, ਉਹ ਬੰਦ ਨਹੀਂ ਕਰ ਸਕਦੇ, ਕਿਉਂਕਿ ਸਬਸਟੀਚਿਊਟ ਇੱਕਦਮ ਕਰਨਾ ਬੜਾ ਔਖਾ ਹੈ। ਜਿਹੜੇ ਦੇਸ਼ ਡਿਪੈਂਡੈਂਟ ਹੀ ਹੋਣ ਦੂਸਰੇ ਦੇ, ਹਾਂਜੀ, ਕਈ ਦੇਸ਼ ਉੱਥੇ ਯੂਰਪੀਅਨ ਯੂਨੀਅਨ ਦੇ 80-85% ਉਹਨਾਂ ਦੀ ਐਨਰਜੀ ਸੋਰਸ ਜਿਹੜੇ ਰਸ਼ੀਆ ਤੋਂ ਆਉਂਦੇ ਆ ਜੀ। ਹੁਣ 80-85% ਨੂੰ ਤੁਸੀਂ ਕਿੱਦਾਂ ਬਦਲ ਲਓਗੇ? ਹਾਂ, ਜੇ 2% ਹੀ ਆਉਂਦਾ ਫਿਰ ਤਾਂ ਠੀਕ ਹੈ, ਤੁਸੀਂ ਕੋਈ ਹੋਰ ਸੋਰਸ ਲੱਭੋਗੇ। ਤੇ ਇਹ ਜਿੱਦਾਂ ਹੁਣ ਸਾਡੇ ਕੈਨੇਡਾ ਦੇ ਵਿੱਚ ਸਾਡੇ ਤੋਂ ਇੱਕੋ ਹੀ ਗਾਹਕ ਆ ਅਮਰੀਕਾ ਵਾਲੇ, ਹਾਂਜੀ, ਤੇ ਉਹਨਾਂ ਨੂੰ ਨਾਰਾਜ਼ ਕਰਕੇ ਕਿੱਦਾਂ ਤੁਸੀਂ ਗੁਜ਼ਾਰਾ ਕਰੋਗੇ? ਕੋਸ਼ਿਸ਼ ਕਰਦੇ ਆ ਕੈਨੇਡੀਅਨ ਜਿੰਨੀਆਂ ਵੀ ਸਰਕਾਰਾਂ ਆਈਆਂ ਕਿ ਥਰਡ ਮਾਰਕੀਟ ਲੱਭਣੀ ਅਸੀਂ। ਇੱਕ BC ਆ ਜਿਨ੍ਹਾਂ ਦਾ ਸਾਡਾ ਟ੍ਰੇਡ 50% ਦੂਸਰਿਆਂ ਨਾਲ ਹੁੰਦਾ, 50% ਅਮਰੀਕਾ ਨਾਲ ਹੁੰਦਾ, ਹਾਂਜੀ, ਅੱਧਾ ਸਾਡਾ ਟ੍ਰੇਡ। ਸਾਡੇ ਤੋਂ ਚਲੋ ਫਿਰ ਅੱਧਾ ਤਾਂ ਹੈ ਨਾ, ਸਾਡਾ 50% ਹੈ, 50% ਹੈ ਨਾ। ਇੰਟੀਰੀਅਰ ਵਰਗੇ ਜਿਹੜੇ ਵੱਡੇ ਬਹੁਤ ਵੱਡੀ ਪ੍ਰੋਵਿੰਸ ਆ, ਜਿਹੜੇ ਕਿ ਡਿਕਟੇਟ ਕਰਦੇ ਆ ਆਟਵਾ ਨੇ ਪਾਲਿਸੀ ਕੀ ਬਣਾਉਣੀ ਕੀ ਨਹੀਂ ਬਣਾਉਣੀ, ਜਾਂ ਕਿਊਬੈਕ ਨੇ ਡਿਕਟੇਟ ਕਰਨਾ, ਉਹਨਾਂ ਦਾ ਤਾਂ 80% ਤੋਂ ਵੱਧ ਟ੍ਰੇਡ US ਨਾਲ ਹੁੰਦਾ ਹੈ। ਹੁਣ US ਦੇ ਨਾਲ ਜਿਹੜੇ ਯੂਰਪੀਅਨ ਯੂਨੀਅਨ ਦੇ ਡਿਪੈਂਡੈਂਟ ਕੰਟਰੀਜ਼ ਆ ਐਨਰਜੀ ਸੋਰਸਿਸ ਤੇ ਖਾਸ ਤੌਰ ਤੇ, ਔਰ ਦੂਸਰਾ ਆਪਣੀਆਂ ਚੀਜ਼ਾਂ ਵੇਚਣ ਲਈ ਰਸ਼ੀਆ ਤੇ 230 ਮਿਲੀਅਨ ਬੰਦਿਆਂ ਨੂੰ ਚੀਜ਼ਾਂ ਵੇਚਣੀਆਂ ਕਾਫੀ ਵੱਡੀ ਮਾਰਕੀਟ ਆ ਉਹ, ਹਾਂਜੀ। ਫਿਰ ਉਹਨਾਂ ਦੇ ਨਾਲ ਕਈ ਵਾਰੀ ਚਾਈਨਾ ਵਾਲੇ ਨਹੀਂ ਲੈਂਦੇ। ਚਾਈਨਾ ਦੇ ਵਿੱਚ ਹੁਣ 1.4 ਬਿਲੀਅਨ ਬੰਦੇ ਆ, 1400 ਮਿਲੀਅਨ ਬੰਦੇ ਜੇ ਚੀਜ਼ਾਂ ਖਰੀਦਣੀਆਂ ਉਹ, ਤੇ ਕਿੱਡੀ ਵੱਡੀ ਸਾਨੂੰ ਮਾਰਕੀਟ ਮਿਲ ਜਾਂਦੀ ਹੈ। ਇਸੇ ਕਰਕੇ ਇੰਡੀਆ ਵਾਲਿਆਂ ਨੇ ਉਹਨਾਂ ਨੇ ਕਿਹਾ ਕਿ ਜੇ ਆਇਲ ਸਾਨੂੰ ਸਸਤਾ ਦਿੰਦੇ ਆ ਤੇ ਇਸ ਤੋਂ ਵੱਧ ਮੌਕਾ ਕਦੋਂ ਨੂੰ ਮਿਲਣਾ ਸਾਨੂੰ। ਪਰ ਜਰਮਨੀ ਵਾਲਿਆਂ ਨੇ ਇਹ ਕਹਿਣਾ ਕਿ ਸਾਡੇ ਹਥਿਆਰ ਹੈ ਨਹੀਂ, ਤਾਂ ਨਾ ਹੀ ਅਸੀਂ ਪੈਸੇ ਲਾਉਣੇ ਆ ਹੋਰ। ਇਹ ਸਾਡੇ ਹਿੱਤ ਦੇ ਵਿੱਚ ਨਹੀਂ ਹੈ ਕਿ ਅਸੀਂ ਅਮਰੀਕਾ ਵਾਲੇ ਤੋਂ ਹਥਿਆਰ ਖਰੀਦ ਕੇ ਤਾਂ ਤੁਹਾਨੂੰ ਦਈਏ। ਪੋਲੈਂਡ ਵਾਲੇ ਤਾਂ ਹੰਗਰੀ ਵਾਲੇ ਰੌਲਾ ਪਾ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨੇ ਲੱਡੂ ਵੰਡਣੇ ਇਹਨਾਂ ਨੇ ਯੂਕਰੇਨ ਨੂੰ, 2 ਤਾਂ ਦੇ ਕੇ ਜਾਣਗੇ ਭੂਰੇ ਚੂਰੇ ਵਾਲੇ। ਇਹਨਾਂ ਨੇ ਰੈਜ਼ੋਲੂਸ਼ਨ ਜਦੋਂ ਬਰਸਲਸ ਦੇ ਵਿੱਚ ਮੀਟਿੰਗ ਹੋਈ ਹੈ ਨੇਟੋ ਦੀ, ਇੱਕ ਪਾਸ ਕਰਾਇਆ ਪੋਲੈਂਡ ਵਾਲਿਆਂ ਨੇ ਕਹਿ ਕੇ ਕਿ ਜਿਹੜੀਆਂ ਫਰੰਟ ਲਾਈਨ ਸਟੇਟਸ ਆ ਉਹਨਾਂ ਨੂੰ ਮਦਦ ਕਰੋ ਤੁਸੀਂ। ਫਰੰਟ ਲਾਈਨ ਦਾ ਮਤਲਬ ਇਹ ਹੈ ਕਿ ਹੰਗਰੀ ਤੇ ਪੋਲੈਂਡ ਵਾਲਿਆਂ ਦੀ ਮਦਦ ਕਰੋ, ਹਾਂਜੀ। ਹੁਣ ਜਿਹੜੀਆਂ ਬਾਕੀ ਦੇ ਯੂਰਪੀਅਨ ਮੁਲਕ, ਫਰਾਂਸ ਹੋਇਆ, ਨੈਦਰਲੈਂਡ ਹੋਇਆ, ਜਰਮਨੀ ਹੋਈ, ਜਿਨ੍ਹਾਂ ਨੂੰ ਪਤਾ ਕਿ ਸਾਨੂੰ ਪੈਸੇ ਦੇਣੇ ਪੈਣੇ ਕੋਲੋਂ, ਉਹ ਹੁਣ ਕਹਿ ਰਹੇ ਕਿ ਨਹੀਂ, ਇਹ ਲੜਾਈ ਬੰਦ ਕਰੋ ਜੀ। ਗੱਲ ਇਹ ਨਹੀਂ ਹੈ ਕਿ ਹਥਿਆਰ ਕਿਹਨੂੰ ਦੇਣੇ ਆ, ਗੱਲ ਇਹ ਆ ਕਿ ਲੜਾਈ ਇਹਨਾਂ ਦੀ ਬੰਦ ਕਿੱਦਾਂ ਕਰਾਉਣੀ ਹੈ ਜੀ, ਤਾਂ ਕਿ ਸਾਡੀ ਇਕਨੋਮੀ ਵੀ ਠੀਕ ਚੱਲਦੀ ਰਹੇ ਤਾਂ ਸਾਡਾ ਖਰਚਾ ਵੀ ਹਥਿਆਰਾਂ ਤੇ ਨਾ ਹੋਵੇ। ਸਾਨੂੰ ਫਾਇਦਾ ਹੁੰਦਾ ਆ, ਕਿਉਂਕਿ ਇੱਕ ਪਾਸੇ ਤਾਂ ਜਿੱਥੇ ਹੁਣ ਅਲਬਰਟਾ ਦਾ ਪਿੱਛੇ ਜਿਹੇ ਜਦੋਂ ਆਇਲ ਤੇ ਗੈਸ ਦੀਆਂ ਪ੍ਰਾਈਸਿਸ ਥੱਲੇ ਗਈਆਂ ਸੀ ਨਾ, ਅਲਬਰਟਾ ਦੀ ਇਕਨੋਮੀ ਇੱਕਦਮ ਹੀ ਕਲੈਪਸ ਹੋਈ ਸੀ ਜੀ। ਹੁਣ ਸਾਡੇ ਆਇਲ ਤੇ ਗੈਸ ਦੀਆਂ ਪ੍ਰਾਈਸਿਸ ਲਗਾਤਾਰ ਵਧ ਰਹੀਆਂ। ਸਭ ਤੋਂ ਤੇਜ਼ੀ ਨਾਲ ਹਾਊਸਿੰਗ ਮਾਰਕੀਟ ਜੇ ਵਧ ਰਹੀ ਹੈ ਤਾਂ ਕੈਲਗਰੀ ਦੀ ਵਧ ਰਹੀ ਜੀ। ਜੇ ਕਿਸੇ ਨੇ ਅੱਜ ਕੱਲ੍ਹ ਇਨਵੈਸਟਮੈਂਟ ਕਰਨੀ ਹੋਵੇ ਤਾਂ ਕੈਲਗਰੀ ਜਾ ਕੇ ਘਰ ਲੈ ਲਓ ਜੀ। ਬਿਲਕੁਲ ਡਾਕਟਰ ਸਾਹਿਬ, ਵੈਸੇ ਤਾਂ ਕਾਫੀ ਸਾਰੇ ਲੋਕ ਗਏ ਵੀ ਹੈ ਪੈਂਡੈਮਿਕ ਦੇ ਦੌਰਾਨ ਵੀ ਨਾ, ਜਿਹੜੇ ਲੋਕੀ ਮੂਵ ਕੀਤੇ ਆ ਉੱਥੇ, ਉਹਨਾਂ ਨੇ ਜਾ ਕੇ ਉੱਥੇ ਹਾਊਸਿੰਗ ਮਾਰਕੀਟ ਦੇ ਵਿੱਚ ਕੀਤਾ ਆ ਇਨਵੈਸਟ। ਹੁਣ ਇੱਥੇ ਨਾਰਮਲ ਸਾਡੇ ਵੀ ਹੁੰਦਾ ਸੀ ਕਿ ਵੈਨਕੂਵਰ ਘਰ ਮਹਿੰਗੇ ਆ, ਵੈਨਕੂਵਰ ਤੋਂ ਵੇਚ ਕੇ ਸਰੀ ਨੂੰ ਆ ਜਾਂਦੇ ਸੀ, ਹਾਂਜੀ। ਹੁਣ ਸਰੀ ਵਾਲੇ ਵੇਚ ਕੇ ਕਿੱਥੇ ਨੂੰ ਜਾਣ? ਹਾਂਜੀ ਬਿਲਕੁਲ, ਇੱਥੇ ਹੋਪ ਨੂੰ ਜਾਣ, ਐਬਸਫੋਰਡ ਜਾਣ। ਐਬਸਫੋਰਡ ਵੀ ਮਹਿੰਗਾ ਹੋਇਆ, ਐਬਸਫੋਰਡ ਵੀ ਮਹਿੰਗਾ ਹੋ ਗਿਆ, ਹਾਂਜੀ। ਤਾਂ ਇਹ ਤਾਂ ਮੈਨੂੰ ਲੱਗਦਾ ਓਕਨਾਗਨ ਦੇ ਵਿੱਚ ਜਾਣਾ ਪਿਆ ਕਰੂ। ਡਾਕਟਰ ਸਾਹਿਬ, ਟਾਈਮ ਹੋ ਗਿਆ ਜੀ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਵੀ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਜਦ ਹਾਥੀ ਟੋਏ ਵਿੱਚ ਡਿੱਗ ਰਿਹਾ ਹੋਵੇ ਤਾਂ ਡੱਡੂ ਵੀ ਲੱਤ ਮਾਰ ਲੈਂਦਾ। ਬਿਲਕੁਲ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਏਗੀ ਜੀ ਕੱਲ ਸਵੇਰੇ ਠੀਕ 7 ਵਜੇ ਦੀਆਂ ਖਬਰਾਂ ਤੋਂ ਬਾਅਦ।
प्रोग्राम तुहानू किहो जिहा लग्गिया सानू कॉल करके दसना जरूर, अपनी फीडबैक सानू जरूर देना। 6045929191 है जी साडे स्टूडियो दा फोन नंबर, 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਵੀ ਛੱਡ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@radioindia.ca ਤੇ। Have a great day.